ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਅੱਜ ਦੀ ਕਲਾਸ ਵਿੱਚ ਜੀ ਆਇਆਂ। ਜਪ ਬਾਣੀ ਦੀ ਜੋ ਵਿਚਾਰ ਆਰੰਭ ਕੀਤੀ ਹੈ, ਅੱਜ ਅਸੀਂ ਦੂਸਰੀ ਪੌੜੀ ਦੀ ਵਿਚਾਰ ਕਰਨੀ ਹੈ। ਦੂਸਰੀ ਪੌੜੀ ਦਾ ਪਾਠ ਸਾਡੇ ਸਾਹਮਣੇ ਹੈ, ਅਸੀਂ ਪੜ੍ਹ ਸਕਦੇ ਹਾਂ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਇਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਈ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਈ। ਜਪ ਦੀ ਇਸ ਦੂਸਰੀ ਪੌੜੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਤਾਰਕ ਸਤਿਗੁਰੂ ਉਸ ਕਰਤਾਰ ਦੇ, ਉਸ ਕਰਤੇ ਦੇ ਹੁਕਮ ਦੀ ਬੇਅੰਤਤਾ ਨੂੰ ਬਿਆਨ ਕਰ ਰਹੇ ਹਨ। ਕੱਲ ਜੋ ਵਿਚਾਰ ਅਸੀਂ ਛੱਡੀ ਸੀ, ਔਰ ਜਪ ਦੀ ਆਖਰੀ ਪੌੜੀ ਦੇ, ਪਹਿਲੀ ਪੌੜੀ ਦੀ ਆਖਰੀ ਪੰਕਤੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਕੀਤੀ ਸੀ, ਅੱਜ ਉਸ ਦੀ ਵਿਆਖਿਆ ਹੋਰ ਅੱਗੇ ਤੋਰੀ ਹੈ। ਕੱਲ ਸੀ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਸੇ ਹੁਕਮ ਵਿੱਚ ਚੱਲਣ ਦੀ ਗੱਲ, ਤੇ ਹੁਕਮ ਵਿੱਚ ਤੁਰਨ ਦੀ ਕਹਾਣੀ, ਹੁਕਮ ਵਿੱਚ ਚੱਲਣ ਦੀ ਗੱਲ। ਹੁਕਮ ਲਫ਼ਜ਼ ਦੇਖਣ ਨੂੰ ਬੜਾ ਛੋਟਾ ਜਿਹਾ ਜਾਪਦਾ ਹੈ, ਪਰ ਇਹ ਹੁਕਮ ਲਫ਼ਜ਼ ਬਹੁਤ ਵਿਸ਼ਾਲ ਹੈ। ਇਹ ਆਪ ਹੀ ਗੁਰੂ ਸਾਹਿਬ ਜੀ ਨੇ ਦੂਸਰੀ ਪੰਕਤੀ ਵਿੱਚ, ਅੱਜ ਦੀ ਪੌੜੀ ਵਿੱਚ ਇਹ ਗੱਲ ਦੱਸ ਦਿੱਤੀ ਹੈ ਕਿ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹੁਕਮ ਨੂੰ
ਬਿਆਨ ਨਹੀਂ ਕੀਤਾ ਜਾ ਸਕਦਾ। ਪਹਿਲੀ ਪੰਕਤੀ ਵਿੱਚ ਹੀ ਗੁਰੂ ਪਾਤਸ਼ਾਹ ਕਹਿੰਦੇ ਨੇ ਹੁਕਮ ਨਾ ਕਿਹਾ ਜਾਏ, ਵੀ ਇਹਨੂੰ ਅੱਖਰਾਂ ਰਾਹੀਂ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬਸ ਇੱਕੋ ਹੀ ਗੱਲ ਹੈ, ਉਹ ਜੋ ਆਖਰੀ ਪੰਕਤੀਆਂ ਵਿੱਚ ਸਮਝਾਈ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਹ ਵਿਸ਼ਾ ਬੜਾ ਵੱਡਾ ਹੈ, ਬਹੁਤ ਵਿਸਥਾਰ ਹੈ ਇਸ ਵਿਸ਼ੇ ਦਾ, ਔਰ ਇਹਦਾ ਅੰਤ ਵੀ ਕੋਈ ਨਹੀਂ। ਜਿੰਨੀ ਜਿੰਨੀ ਇਨਸਾਨ ਦੀ ਆਪਣੀ ਇੰਟਰਨਲ ਅਵਸਥਾ, ਆਤਮਿਕ ਅਵਸਥਾ ਬਣਦੀ ਹੈ, ਉਸ ਮੁਤਾਬਕ ਉਸ ਨੂੰ ਇਸ ਹੁਕਮ ਦੀ ਸਮਝ ਆਉਂਦੀ ਹੈ। ਪਹਿਲੀ ਅਵਸਥਾ ਵਿੱਚ ਅਸੀਂ ਜਦੋਂ ਗੱਲ ਕਰਦੇ ਹਾਂ, ਫਿਰ ਕਈ ਸਾਰੇ ਸਵਾਲ ਸਾਡੇ ਮਨ 'ਚ ਪੈਦਾ ਹੋ ਜਾਂਦੇ, ਕਈ ਸ਼ੰਕੇ ਪੈਦਾ ਹੋ ਜਾਂਦੇ ਨੇ। ਹੁਕਮ ਇੰਨੀ ਕਿਸਮ ਦਾ ਹੈ, ਇੰਨੀ ਪ੍ਰਕਾਰ ਦਾ ਹੈ, ਇੰਨਾ ਸੂਖਸ਼ਮ ਹੈ ਕਿ ਇਹਨੂੰ ਕਥਨ ਕਰਨਾ, ਵੇਖਣਾ, ਸਮਝਣਾ ਉਨਾ ਹੀ ਮੁਸ਼ਕਲ ਹੈ ਜਿੰਨਾ ਰੱਬ ਨੂੰ ਸਮਝਣਾ ਹੈ, ਜਿੰਨਾ ਰੱਬ ਨੂੰ ਵੇਖਣਾ ਹੈ, ਰੱਬ ਨੂੰ ਸਮਝਣਾ ਹੈ। ਇਹ ਉਨਾ ਹੀ ਮੁਸ਼ਕਲ ਬਾਤ ਹੈ। ਹੁਕਮ ਨੂੰ ਸ਼ਬਦਾਂ ਵਿੱਚ ਬੰਨ੍ਹਿਆ ਹੀ ਨਹੀਂ ਜਾ ਸਕਦਾ। ਦੂਜੇ ਲਫ਼ਜ਼ਾਂ 'ਚ ਅਸੀਂ ਇਹ ਗੱਲ ਕਰੀਏ ਕਿ ਹੁਕਮ ਨੂੰ ਸ਼ਬਦਾਂ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ। ਜਿਵੇਂ ਨਿਰੰਕਾਰ ਦੇ, ਪਰਮੇਸ਼ਰ ਦੇ ਪਿਆਰ ਪ੍ਰੀਤਮ ਦੇ ਗੁਣਾਂ ਨੂੰ ਅਸੀਂ ਅੰਤ ਨਹੀਂ ਪਾ ਸਕਦੇ, ਜਾਂ ਇਹ ਕਹਿ ਲਈਏ ਉਹਦੇ ਗੁਣ ਆਖੇ ਨਹੀਂ ਜਾ ਸਕਦੇ, ਉਹਨਾਂ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਜਿੰਨਾ ਮਰਜ਼ੀ ਅਸੀਂ ਬਿਆਨ ਕਰ ਲਈਏ, ਉਹਦੇ ਗੁਣ ਨਹੀਂ ਮੁੱਕਦੇ। ਤੇ ਨਾ ਗੁਣ ਕੀ ਹਨ? ਉਹਦਾ ਨਾਮ ਹੈ, ਬਸ ਨਾਮ ਹੀ ਹੁਕਮ ਹੈ। ਇਹ ਗੱਲ ਸਮਝਣ ਦੀ ਲੋੜ ਹੈ, ਉਹਦੀ ਯਾਦ ਹੀ ਉਹਦਾ ਹੁਕਮ ਹੈ। ਹੁਕਮ ਨੂੰ ਸਮਝਣ ਦਾ ਯਤਨ ਵੀ ਕਰੀਏ, ਬੜੀ ਕੋਸ਼ਿਸ਼ ਕਰੀਏ ਹੁਕਮ ਨੂੰ ਸਮਝਣ ਦਾ, ਕਈ ਵਿਚਾਰ, ਫਿਰ ਕਈ ਸ਼ੰਕੇ ਮਨ 'ਚ ਪੈਦਾ ਹੁੰਦੇ ਨੇ। ਇਹ ਕਿਉਂ ਹੋਇਆ? ਜੋ ਉਹਦੇ ਹੁਕਮ 'ਚ ਹੁੰਦਾ, ਫਿਰ ਸਾਨੂੰ ਉਦਮ ਕਰਨ ਦੀ ਕੀ ਲੋੜ ਹੈ? ਜੇ ਉਹਦੇ ਹੁਕਮ 'ਚ ਊਚ ਨੀਚ ਨੇ, ਤਾਂ ਫਿਰ ਸਾਨੂੰ ਇੰਨੀ ਮਿਹਨਤ ਦੀ ਕੀ ਜ਼ਰੂਰਤ ਹੈ? ਜੇ ਉਹਦੇ ਹੁਕਮ 'ਚ ਕੋਈ ਕੁਕਰਮ ਕਰ ਰਿਹਾ ਹੈ, ਫਿਰ ਸਾਨੂੰ ਰੁਕਣ ਦੀ ਕੀ ਲੋੜ ਹੈ? ਚੰਗੇ ਬਣਨ ਦੀ ਕੀ ਲੋੜ ਹੈ? ਇਹੋ ਜਿਹੇ ਸਵਾਲ ਹਨ ਜਿਹੜੇ ਸਾਡੇ ਅੰਦਰ ਪੈਦਾ ਹੁੰਦੇ ਨੇ। ਇਹਨਾਂ ਦਾ ਜਵਾਬ ਅਸਲ ਵਿੱਚ ਇਨਸਾਨ ਨੂੰ ਆਪਣੇ ਆਪ ਹੀ ਸਮਝ ਆ ਸਕਦਾ ਹੈ, ਕਿਸੇ ਦੇ ਸਮਝਾਇਆ ਸਮਝ ਆਉਂਦਾ ਵੀ ਨਹੀਂ। ਜੇ ਅਸੀਂ ਇਹ ਕਹੀਏ ਕੋਈ ਇਹਨਾਂ ਸਵਾਲਾਂ ਦੇ ਜਵਾਬ ਸਾਨੂੰ ਸਮਝਾ ਦੇਵੇ, ਨਾਮੁਮਕਿਨ ਜੀ ਬਾਤ ਹੈ। ਜਿਵੇਂ ਜਿਵੇਂ ਅਧਿਆਤਮਿਕ ਅਵਸਥਾ ਵਿੱਚ ਮਨੁੱਖ ਤਰੱਕੀ ਕਰਦਾ ਹੈ, ਉੱਪਰ ਨੂੰ ਚੜ੍ਹਦਾ ਹੈ, ਪੌੜੀਆਂ ਚੜ੍ਹਦਾ ਹੈ, ਇਹਦੀ ਸਮਝ ਆਉਣੀ ਸ਼ੁਰੂ ਹੁੰਦੀ ਹੈ। ਜੇ ਅਸੀਂ ਪਹਿਲੀ ਵਿੱਚ ਹੀ ਅਜੇ ਐਡਮਿਸ਼ਨ ਹੀ ਲਈ ਹੈ, ਜੇ ਦਾਖਲਾ ਹੀ ਲਿਆ, ਨਰਸਰੀ 'ਚ ਹੀ ਵੜੇ ਹਾਂ, ਤੇ ਗੱਲਾਂ ਅਸੀਂ ਕਰੀਏ ਜਾ ਕੇ PhD ਦੀਆਂ, ਤਾਂ ਮੁਸ਼ਕਿਲ ਜੀ ਬਾਤ ਹੋ ਜਾਏਗੀ। ਇਹ ਆਟੋਮੈਟਿਕ ਗੱਲ ਜਿਹੜੀ ਸਮਝਾਉਣ ਵਾਲੀ ਹੈ, ਹੁਕਮ ਦੀ ਕਹਾਣੀ ਜਿਹੜੀ ਹੈ, ਇਹ ਕਿਸੇ ਦੇ ਸਮਝਾਉਣ ਦੇ ਨਾਲ ਵੀ ਸਮਝ ਨਹੀਂ ਆਉਣੀ। ਤਾਂ ਹੁਕਮ ਨੂੰ ਅਸੀਂ ਜਿੰਨਾ ਮਰਜ਼ੀ ਸਮਝ ਲਈਏ, ਇਹ ਸਮਝਣਾ ਔਖੀ ਜੀ ਕਹਾਣੀ ਹੈ, ਕਿਉਂਕਿ ਹੁਕਮ ਆਪ ਨਿਰੰਕਾਰ ਹੈ, ਤੇ ਉਹਦਾ ਹੁਕਮ ਜਿਹੜਾ ਉਹਦਾ ਸਾਕਾਰ ਰੂਪ ਹੈ। ਨਿਰੰਕਾਰ ਦਾ ਸਾਕਾਰ ਰੂਪ ਉਹਦਾ ਹੁਕਮ ਹੈ। ਜਿੰਨੇ ਪ੍ਰਭੂ ਦੇ ਗੁਣ ਹਨ, ਜਿੰਨੇ ਪ੍ਰਭੂ ਦੇ ਨਾਮ ਹਨ, ਉਨੇ ਹੀ ਹੁਕਮ ਹਨ। ਜਿੰਨੇ ਹੀ ਪ੍ਰਭੂ ਦੇ ਗੁਣ ਹਨ, ਪ੍ਰਭੂ ਦੇ ਨਾਮ ਹਨ, ਉਨੇ ਹੀ ਹੁਕਮ ਹਨ। ਤੇ ਹੁਕਮ ਦਾ ਘੇਰਾ ਐਕਚੁਅਲੀ ਬਹੁਤ ਵਿਸ਼ਾਲ ਹੈ। ਜਿਵੇਂ ਉਹਦੇ ਬਾਕੀ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਅਸੀਂ ਇਸ ਦੇ ਹੁਕਮ ਨੂੰ ਵੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਤੇ ਗੁਰੂ ਸਾਹਿਬ ਜੀ ਨੇ ਅੱਜ ਇਸ ਦੀ ਪੌੜੀ ਦੇ ਵਿੱਚ ਹੁਕਮ ਦੀ ਗੱਲ ਕੀਤੀ ਹੈ। ਇਹ ਸ਼ਬਦ ਨੂੰ ਜਦੋਂ ਅਸੀਂ ਪਾਠ ਕਰਦੇ ਹਾਂ, ਪਹਿਲਾਂ ਇਹ ਬੇਨਤੀ ਕਰਦੇ ਹਾਂ, ਆਕਾਰ ਲਫ਼ਜ਼ ਨੂੰ ਐੜੇ ਨੂੰ ਕੰਨਾ ਹੈ। ਆਮ ਤੌਰ ਤੇ ਅਸੀਂ ਆਕਾਰ ਹੀ ਪੜ੍ਹਦੇ ਹਾਂ, ਕੰਨੇ ਦਾ ਉਚਾਰਨ ਹੋਏਗਾ। ਤਾਂ ਇਹਦਾ ਪਾਠ ਦਾ ਉਚਾਰਨ ਅਸੀਂ ਕਰਾਂਗੇ ਆਕਾਰ, ਨਾ ਕਿ ਆਕਾਰ। ਕਈ ਵਾਰੀ ਹੁਕਮ ਨਾ ਕਿਹਾ ਜਾਏ ਨੂੰ ਅਸੀਂ ਕਿਹਾ ਹੀ ਪੜ੍ਹ ਦਿੰਦੇ ਹਾਂ, ਕੱਕੇ ਨੂੰ ਸਿਹਾਰੀ ਤੇ ਹਾਹੇ ਨੂੰ ਲਾ ਕੇ ਹੀ। ਲੇਕਿਨ ਜੋ ਲਿਖਿਆ ਹੋਇਆ, ਇਹਦਾ ਉਚਾਰਨ ਉਸੇ ਤਰ੍ਹਾਂ ਹੀ ਐੜਾ ਹਲਕਾ ਨਾਲ ਲੱਗ ਕੇ ਉਹਦਾ ਐੜੇ ਦਾ ਉਚਾਰਨ ਹੁੰਦਾ ਹੈ। ਫਿਰ ਇੱਥੇ ਲਫ਼ਜ਼ ਆਇਆ ਜੱਜੇ ਨੂੰ ਬਿਹਾਰੀ ਐੜਾ ਜੀ। ਇਹ ਜੀ ਐੜਾ ਸਿਰਫ ਆਵਾਜ਼ ਜੀ ਦੀ ਲੰਬੀ ਕਰਨ ਲਈ ਹੈ, ਜੀਆ ਇਹਦਾ ਉਚਾਰਨ ਨਹੀਂ ਹੈ। ਕੁਛ ਸੱਜਣ ਜਦੋਂ ਪਾਠ ਕਰਦੇ ਨੇ, ਜੀਆ ਜੀਆ ਨਹੀਂ ਹੈ ਇਹਦਾ ਉਚਾਰਨ। ਇਹਦਾ ਪਾਠ ਜਿਹੜਾ ਹੈ, ਹੁਕਮੀ ਹੋਵਨ ਜੀ, ਮਤਲਬ
ਇਹਦਾ ਲਮਕਾ ਕੇ ਥੋੜਾ ਜਿਹਾ, ਕਿਉਂਕਿ ਆੜਾ ਪਿੱਛੇ ਲੱਗਾ ਹੋਇਆ, ਇਹਦਾ ਪਾਠ ਇਸ ਤਰ੍ਹਾਂ ਹੋਏਗਾ। ਪਾਈਆਂ ਲਫ਼ਜ਼ ਤੇ ਭਵਾਈਆਂ ਲਫ਼ਜ਼ ਦੋਨੇ ਜਿਹੜੇ ਬਿੰਦੀ ਦੇ ਨਾਲ ਉੱਤੇ ਨਾਸਕੀ ਬਿੰਦੀ ਲਾ ਕੇ ਉਚਾਰਨ ਹੁੰਦੇ ਨੇ, ਕਿਉਂਕਿ ਇਹ ਬਹੁਵਚਨ ਹਨ, ਪਲੂਰਲ ਹਨ। ਇਸ ਕਰਕੇ ਇਹ ਬਹੁਵਚਨ ਦੇ ਲਿਖਾਇਕ ਸ਼ਬਦ ਨੇ। ਇਹਨਾਂ ਦਾ ਉਚਾਰਨ ਜਿਹੜਾ ਹੈ ਉਹ ਬਿੰਦੀ ਲਾ ਕੇ ਉੱਤੇ ਹੋਏਗਾ। ਤੋ ਜੇ ਅਸੀਂ ਹੁਣ ਇਸ ਗੱਲ ਨੂੰ ਥੋੜਾ ਜਿਹਾ ਵਿਸਥਾਰ ਪਹਿਲਾਂ ਸਮਝ ਲਈਏ, ਫਿਰ ਇਹਦੇ ਅਰਥ ਕਰੀਏ ਤਾਂ ਜ਼ਿਆਦਾ ਬਿਹਤਰ ਰਹੇਗਾ। ਜਪਜੀ ਸਾਹਿਬ ਵਿੱਚ ਜਿਹੜੀ ਪਹਿਲੀ ਗੱਲ ਲਿਖੀ ਗਈ ਹੈ ਜਾਂ ਬਿਆਨ ਕੀਤੀ ਗਈ ਹੈ ਉਹ ਹੈ ਹੁਕਮ। ਹੁਕਮ ਹਰੇਕ ਜੀਵ ਦੇ ਨਾਲ ਹੈ, ਪਰ ਇਸ ਦੀ ਪਛਾਣ ਕਿਵੇਂ ਹੋਵੇ, ਇਹ ਗੱਲ ਸਮਝ ਵਿੱਚ ਕਿਵੇਂ ਆਏ। ਦੂਜੀ ਗੱਲ ਜਿਹੜੀ ਸਮਝਣ ਵਾਲੀ ਹੈ, ਗੁਰੂ ਸਾਹਿਬ ਜੀ ਫਰਮਾਉਂਦੇ ਹਨ ਵੀ ਹੁਕਮ ਨੂੰ ਕਿਹਾ ਨਹੀਂ ਜਾ ਸਕਦਾ। ਉਹ ਕਿਹੜਾ ਹੁਕਮ ਹੈ ਜਿਹਨੂੰ ਆਖਿਆ ਨਹੀਂ ਜਾ ਸਕਦਾ? ਹੁਕਮ ਸ਼ਬਦ ਦੀ ਵਿਆਖਿਆ ਕਰਨ ਵੇਲੇ ਅਸੀਂ ਕੇਵਲ ਅੱਖਰੀ ਅਰਥ ਕਰ ਦਿੰਦੇ ਹਾਂ, ਪਰ ਅੱਖਰੀ ਅਰਥ ਜਿਹੜੇ ਹਨ ਇਹ ਕੇਵਲ ਤਾਂ ਕੇਵਲ ਸਾਨੂੰ ਹੋਰ ਉਲਝਣਾਂ ਚ ਪਾਉਂਦੇ ਨੇ। ਹੁਕਮ ਦੇ ਸਮਝਣ ਬਾਰੇ ਜਦੋਂ ਅਸੀਂ ਅੱਖਰੀ ਅਰਥ ਇਕੱਲੇ ਕਰ ਦਿੰਦੇ ਹੁਕਮ ਦੀ ਗੱਲ ਦੇ ਹੁਕਮ ਚ ਹੀ ਹੈ, ਤਾਂ ਫਿਰ ਜਿਹੜੇ ਸਾਡੇ ਵਰਗੇ ਜਿਹੜੇ ਜਗਿਆਸੂ ਹਨ ਉਹਨਾਂ ਦੇ ਅੰਦਰ ਕੁਝ ਨਾ ਕੁਝ ਹੁੰਦਾ ਵੀ ਅਸੀਂ ਸਮਝਦੇ ਹੁਕਮ ਕੀ ਚੀਜ਼ ਹੈ। ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਵਿਦਵਾਨ ਆਪੋ ਆਪਣੇ ਹਿਸਾਬ ਦੇ ਨਾਲ ਇਹਨਾਂ ਦੇ ਅਰਥ, ਇਹਦੀ ਵਿਆਖਿਆ ਕਰਦੇ ਨੇ, ਪਰ ਹੁਕਮ ਨਾ ਕਿਹਾ ਜਾਏ। ਮਨੁੱਖ ਦਾ ਸੰਸਾਰ ਵਿੱਚ ਜਨਮ ਲੈਣਾ, ਮਨੁੱਖ ਦਾ ਵੱਡਾ ਹੋਣਾ, ਬੱਚੇ ਤੋਂ ਵੱਡਾ ਹੋਣਾ, ਪਰਿਵਾਰ ਵਾਲਾ ਬਣਨਾ, ਸੰਸਾਰ ਵਿੱਚ ਕਾਰ ਵਿਹਾਰ ਕਰਨਾ, ਸੰਸਾਰ ਤੋਂ ਚਾਲੇ ਪਾ ਜਾਣੇ, ਇਹ ਸਭ ਉਸ ਮਾਲਕ ਦਾ ਹੁਕਮ ਹੀ ਤਾਂ ਹੈ। ਇਹ ਸਭ ਕੁਝ ਹੁਕਮ ਵਿੱਚ ਹੀ ਤਾਂ ਹੁੰਦਾ ਹੈ। ਜੇ ਉਹਦਾ ਹੁਕਮ ਨਾ ਹੁੰਦਾ ਤਾਂ ਇਸ ਸੰਸਾਰ 'ਚ ਆਉਂਦਾ ਹੀ ਨਾ। ਜਾਂ ਤਿਸ ਭਾਣਾ ਤਾਂ ਜੰਮਿਆ, ਜਾਂ ਤਿਸ ਭਾਣਾ ਤਾਂ ਜੰਮਿਆ ਹੈ। ਜੇ ਨਾ ਉਹਦਾ ਹੁਕਮ ਹੁੰਦਾ ਤਾਂ ਅਸੀਂ ਆਉਂਦੇ ਨਹੀਂ। ਭਾਣਾ ਲਫ਼ਜ਼ ਨੂੰ ਅਸੀਂ ਅਕਸਰ ਤੌਰ ਤੇ ਮੌਤ ਨਾਲ ਜੋੜ ਦਿੰਦੇ ਹਾਂ, ਪਰ ਗੁਰੂ ਪਾਤਸ਼ਾਹ ਨੇ ਜਨਮ ਨਾਲ ਵੀ ਭਾਣਾ ਲਫ਼ਜ਼ ਵਰਤਿਆ ਹੈ। ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਦਾ ਅਰਥ ਹੈ ਹੁਕਮ, ਭਾ ਜਾਣਾ। ਜੇ ਉਹਨੂੰ ਭਾ ਗਿਆ ਤਾਂ ਜਨਮ ਹੋਇਆ। ਤੋ ਜਨਮ ਵੀ ਉਹਦੇ ਹੁਕਮ 'ਚ ਹੈ, ਵੱਡੇ ਹੋਣਾ ਵੀ ਉਹਦੇ ਹੁਕਮ 'ਚ ਹੈ, ਪਰਿਵਾਰ ਵਾਲੇ ਬਣਨਾ ਵੀ ਉਹਦੇ ਹੁਕਮ 'ਚ ਹੈ, ਕਾਰ ਵਿਹਾਰ ਸੰਸਾਰ ਦੇ ਕਾਰ ਵਿਹਾਰ ਕਰਨਾ ਵੀ ਉਹਦੇ ਹੁਕਮ 'ਚ ਹੈ, ਸੰਸਾਰ ਤੋਂ ਚਾਲੇ ਪਾ ਦੇਣੇ ਇਹ ਉਹਦੇ ਹੁਕਮ 'ਚ ਹੀ ਹੈ। ਸਭ ਉਹਦੀ ਹੁਕਮ ਦੀ ਖੇਡ ਹੈ। ਗੁਰੂ ਪਾਤਸ਼ਾਹ ਇੱਕ ਬਚਨ ਕਰਦੇ ਨੇ ਸੂਹੀ ਰਾਗ ਵਿੱਚ, ਕਹਿੰਦੇ ਨੇ ਹੁਕਮੇ ਜਗ ਮੈਂ ਆਇਆ, ਚੱਲਣ ਹੁਕਮ ਸੰਜੋਗ ਜੀਓ। ਹੁਕਮ ਨਾਲ ਹੀ ਜਗ 'ਚ ਆਇਆ ਤੇ ਸੰਜੋਗ ਹੋਇਆ ਤੇ ਚੱਲ ਪਿਆ। ਹੁਕਮੇ ਪਰਪੰਚ ਪਸਰਿਆ, ਹੁਕਮ ਕਰੇ ਰਸ ਭੋਗ ਜੀਓ। ਇਹ ਸੰਸਾਰ ਦੀਆਂ ਖੇਡਾਂ ਵੀ ਉਹਦੇ ਹੁਕਮ 'ਚ ਹੀ ਖੇਡ ਰਿਹਾ ਹੈ। ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ ਹੁਕਮ ਨਾ ਜਾਈ ਮੇਟਿਆ, ਜੋ ਲਿਖਿਆ ਸੋ ਨਾਲ। ਇਹ ਗੁਰੂ ਪਾਤਸ਼ਾਹ ਜੀ ਦਾ ਵਚਨ 1092 ਅੰਕ ਤੇ ਆਉਂਦਾ ਹੈ ਵੀ ਹੁਕਮ ਨਾ ਜਾਈ ਮੇਟਿਆ। ਇਹ ਮੇਟਿਆ ਨਹੀਂ ਜਾ ਸਕਦਾ। ਉਸੇ ਹੁਕਮ ਤੋਂ ਬਾਹਰ ਨਹੀਂ ਹੋਇਆ ਜਾ ਸਕਦਾ। ਉਹਦੇ ਹੁਕਮ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ। ਹੁਣ ਹੁਕਮ ਇੰਨਾ ਸ਼ਕਤੀਸ਼ਾਲੀ ਹੈ, ਇੰਨਾ ਬਲਵਾਨ ਹੈ, ਇੰਨਾ ਤਾਕਤਵਰ ਹੈ, ਜਿਸ ਹੁਕਮ ਦੇ ਬਲ ਦੇ ਨਾਲ ਹੀ ਦੇਖੋ ਅਸੀਂ ਜਦੋਂ ਗੱਲ ਸਮਝਦੇ ਗੱਲ ਕਰਦੇ ਹਾਂ ਨਾ ਹੁਕਮ ਦੀ, ਮੈਂ ਬੇਨਤੀ ਕਰ ਰਿਹਾ ਵੀ ਮੈਂ ਸ਼ਬਦਾਂ ਨਾਲ ਆਪ ਜੀ ਨੂੰ ਇਹਦੇ ਬਾਰੇ ਬਿਆਨ ਨਹੀਂ ਕਰ ਸਕਦਾ, ਪਰ ਜੋ ਕੁਝ ਸਮਝ ਆਉਂਦੀ ਹੈ ਕਿ ਇਸ ਹੁਕਮ ਦੇ ਅੰਤ ਵਾਲੇ ਪਾਸੇ ਅਸੀਂ ਨਹੀਂ ਜਾ ਸਕਦੇ। ਇਹ ਐਸਾ ਵਿਸ਼ਾਲ ਦਾਇਰਾ ਹੈ, ਜਿੰਨਾ ਪਰਮੇਸ਼ਰ ਵਿਸ਼ਾਲ ਦਾ ਘੇਰਾ ਵਿਸ਼ਾਲ ਹੈ, ਇਹ ਹੁਕਮ ਦਾ ਘੇਰਾ ਵੀ ਉਨਾ ਹੀ ਵਿਸ਼ਾਲ ਹੈ। ਬਸ ਇਹ ਹੁਕਮ ਨੂੰ ਇਨਸਾਨ ਦੀ ਆਤਮਿਕ ਤਰੱਕੀ ਦੇ ਨਾਲ ਨਾਲ, ਆਤਮਿਕ ਅਵਸਥਾ ਦੇ ਉੱਚੇ ਹੋਣ ਦੇ ਨਾਲ ਨਾਲ ਜਿਵੇਂ ਜਿਵੇਂ ਇਹ ਵੱਧਦਾ ਜਾਂਦਾ ਹੈ, ਤਿਵੇਂ ਤਿਵੇਂ ਹੁਕਮ ਦੇ ਨੇੜੇ ਹੁੰਦਾ ਜਾਂਦਾ ਹੈ। ਤੇ ਹੁਕਮ ਕੀ ਹੈ? ਪਰਮੇਸ਼ਰ। ਤੇ ਜਿਵੇਂ ਜਿਵੇਂ ਇਹ ਤਰੱਕੀ ਹੁੰਦੀ ਹੈ, ਪਰਮੇਸ਼ਰ ਦੇ ਨਾਲ ਇਹਦਾ ਮਿਲਾਪ ਹੋ ਜਾਂਦਾ। ਇਹ ਇਸ ਕਰਕੇ ਇਸ ਗੱਲ ਨੂੰ ਮੈਂ ਨਹੀਂ ਕਰ ਰਿਹਾ ਕਿ ਮੈਂ ਹੁਕਮ ਲਫ਼ਜ਼ ਦੀ ਵਿਆਖਿਆ ਤੁਹਾਡੇ ਨਾਲ ਕਰ ਰਿਹਾ, ਲੇਕਿਨ ਸਮਝਣ ਦੇ ਲਈ ਸਾਨੂੰ ਕੁਝ ਚੀਜ਼ਾਂ ਬੜੀਆਂ ਜ਼ਰੂਰੀ ਨੇ ਵੀ ਹੁਕਮ ਇੰਨਾ ਤਾਕਤਵਰ ਹੈ, ਇੰਨਾ ਸ਼ਕਤੀਸ਼ਾਲੀ ਹੈ ਕਿ ਅਸੀਂ ਇਸ ਹੁਕਮ ਦੇ ਨਾਲ ਹੀ ਤੁਰਦੇ ਫਿਰਦੇ ਹਾਂ, ਹੱਸਦੇ ਖੇਡਦੇ ਹਾਂ, ਖਾਂਦੇ ਪੀਂਦੇ ਹਾਂ, ਜਾਂ ਦੂਜੇ ਲਫ਼ਜ਼ਾਂ 'ਚ ਕਹਿ ਲਈਏ ਕਿ ਹੁਕਮ ਹਰ ਵੇਲੇ ਸਾਡੇ ਉੱਤੇ ਵਰਤ ਰਿਹਾ ਹੈ, ਚੱਲ ਰਿਹਾ ਹੈ। ਜੇ ਹੁਕਮ ਨਾ ਹੋਵੇ ਤੇ ਥਾਲੀ ਵਿੱਚ ਪਈ ਹੋਈ ਰੋਟੀ ਦੀ ਅਗਲੀ ਗਰਾਈ ਵੀ ਨਹੀਂ ਖਾਧੀ ਜਾ ਸਕਦੀ। ਕਈਆਂ ਦੀ ਪਏ ਹੋਏ ਸਾਹਮਣੇ 36 ਪ੍ਰਕਾਰ ਦੇ ਭੋਜਨ ਦੇਖਦਿਆਂ ਹੀ ਬੰਦਾ ਸੰਸਾਰ ਤੋਂ ਚਾਲੇ ਪਾ ਦਿੰਦਾ ਹੈ।
ਇਹਦਾ ਹੁਕਮ ਹੈ ਤਾਂ ਅਸੀਂ ਖਾ ਰਹੇ ਹਾਂ। ਹੁਕਮ ਤੋਂ ਬਿਨਾਂ ਜੀਵ ਆਪਣੇ ਆਪ ਕੁਝ ਨਹੀਂ ਜੇ ਕਰ ਸਕਦਾ, ਕੋਈ ਇਹਦੇ ਵੱਸ ਦੀ ਬਾਤ ਨਹੀਂ ਹੈ। ਇਹ ਹੁਕਮ ਦੀ ਸੋਝੀ ਉਦੋਂ ਹੁੰਦੀ ਹੈ ਜਦੋਂ ਸੱਚ ਹਿਰਦੇ ਵਿੱਚ ਵਸੇ ਤੇ ਜੀਵ ਸਚਿਆਰ ਬਣ ਜਾਏ। ਹੁਣ ਅਸੀਂ ਕੂੜੇ ਹਾਂ। ਕੂੜਿਆਰ ਸੱਚ ਦੇ ਨਾਲ ਸਾਂਝ ਕਿਵੇਂ ਪਾ ਸਕਦੇ ਨੇ? ਹੁਣ ਕਹਾਣੀ ਇਹ ਹੈ ਵੀ ਕਿਉਂਕਿ ਉਹ ਸੱਚ ਹੈ, ਉਹਦਾ ਹੁਕਮ ਵੀ ਸੱਚ ਹੈ, ਤੇ ਹੁਕਮ ਦੀ ਸੋਝੀ ਉਦੋਂ ਹੁੰਦੀ ਹੈ ਜਦੋਂ ਜੀਵ ਆਪ ਸੱਚਾ ਬਣੇ, ਸਚਿਆਰ ਬਣ ਜਾਏ। ਉਹ ਹੁਕਮ ਰਜਾਈ ਚੱਲਣ ਦੀ ਗੱਲ ਕੀਤੀ ਹੈ। ਸਚਿਆਰ ਬਣਨ ਦਾ ਢੰਗ ਅਸੀਂ ਕੱਲ ਵਿਚਾਰ ਕੀਤੀ ਸੀ। ਗੁਰੂ ਸਾਹਿਬ ਜੀ ਇਹ ਭਗਤੀ ਦੀ ਦਾਤ, ਉਹਦੀ ਯਾਦ ਦੀ ਦਾਤ ਜਦੋਂ ਬਖਸ਼ ਦਿੰਦੇ ਹਨ ਤਾਂ ਫਿਰ ਹੁਕਮ ਦੇ ਗੁੱਝੇ ਭੇਦ ਸਮਝਣ ਦੀ ਕੁਝ ਥੋੜੀ ਬਹੁਤ ਜਾਂਚ ਇਨਸਾਨ ਨੂੰ ਆ ਜਾਂਦੀ ਹੈ। ਅੰਤ ਨਹੀਂ, ਥੋੜੀ ਬਹੁਤੀ ਜਾਂਚ ਆ ਜਾਂਦੀ ਹੈ। ਗੁਰੂ ਪਾਤਸ਼ਾਹ ਜੀ ਦਾ ਇੱਕ ਬਚਨ ਆਉਂਦਾ ਹੈ ਸਤਿਗੁਰੂ ਜੀ ਦੇ ਪਾਵਨ ਅੰਕ ਰਾਮਕਲੀ ਰਾਗ ਵਿੱਚ 962 ਦੇ ਉੱਤੇ। ਸਤਿਗੁਰੂ ਜੀ ਕਹਿੰਦੇ ਨੇ, ਹੁਕਮ ਉਛਲੈ ਹੁਕਮੇ ਰਹਿ। ਦੇਖੋ ਪੂਰੇ ਬਚਨ ਸਮਝਣ ਦੀ ਲੋੜ ਹੈ। ਹੁਕਮ ਉਛਲੈ ਹੁਕਮੇ ਰਹਿ, ਹੁਕਮੇ ਦੁੱਖ ਸੁਖ ਸਮ ਕਰ ਸਹੇ, ਹੁਕਮੇ ਨਾਮ ਜਪੇ ਦਿਨ ਰਾਤ, ਨਾਨਕ ਜਿਸ ਨੂੰ ਹੋਵੇ ਦਾਤ। ਨਾਨਕ ਜਿਸ ਨੂੰ ਹੋਵੇ ਦਾਤ। ਫਿਰ ਕਹਿੰਦੇ ਨੇ, ਹੁਕਮ ਮਰੈ ਹੁਕਮੇ ਹੀ ਜੀਵੈ, ਹੁਕਮੇ ਨਾਨਾ ਵੱਡਾ ਥੀਵੈ, ਹੁਕਮੇ ਸੋਗ ਹਰਖ ਆਨੰਦ, ਹੁਕਮੇ ਜਪੇ ਨਰੋਦਰ ਗੁਰਮੰਤ, ਹੁਕਮੇ ਆਵਨ ਜਾਨ ਰਹਾਏ, ਨਾਨਕ ਜਾਂ ਕੋ ਭਗਤੀ ਲਾਏ। ਇਹ ਹੈ ਸਚਿਆਰ ਬਣਨ ਦੀ ਗੱਲ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਕੀਤੀ ਹੈ। ਇਹ ਹੁਕਮ ਦਾ ਦਾਇਰਾ ਐਡਾ ਵਿਸ਼ਾਲ ਹੈ ਜਿਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਹਾਂ, ਜਿਸ ਨੇ ਇਹ ਭੇਦ ਨੂੰ ਸਮਝ ਲਿਆ, ਜਿਹਨੇ ਇਹ ਗੱਲ ਪਛਾਣ ਲਈ, ਸਮਝ ਲਈ ਵੀ ਹੁਕਮ ਦਾ ਅੰਤ ਨਹੀਂ ਪਾਇਆ ਜਾ ਸਕਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਿਰੰਕਾਰ ਨੂੰ ਉਹਨੇ ਪਾ ਲਿਆ ਹੈ। ਦੂਜੇ ਲਫ਼ਜ਼ਾਂ 'ਚ ਕਹਿ ਲਈਏ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਵੀ ਕਹੋ ਨਾਨਕ ਜਿਨ ਹੁਕਮ ਪਛਾਤਾ, ਕੀ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਲੋ ਇਹ ਜਿਹਦਾ ਹੁਕਮ ਦੀ ਜਿਹਨੂੰ ਪਛਾਣ ਹੋ ਗਈ, ਜਿਹਨੇ ਇਹ ਗੱਲ ਸਮਝ ਲਈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਅਸਲ ਵਿੱਚ ਉਹਨੇ ਹੀ ਇਹ ਪਰਮੇਸ਼ਰ ਦਾ ਭੇਦ ਜਿਹੜਾ ਹੈ ਉਹ ਸਮਝਿਆ ਹੈ, ਪਾਇਆ ਹੈ, ਜਿਹਨੇ ਹੁਕਮ ਦੀ ਪਛਾਣ ਕਰ ਲਈ। ਤਾਂ ਹੁਕਮ ਦਾ ਅਸੀਂ ਇਹ ਗੱਲ ਕਹਿ ਲਈਏ ਕਿ ਹੁਕਮ ਦਾ ਅਰਥ ਹੈ ਨਿਉ ਜਾਣਾ, ਝੁਕ ਜਾਣਾ, ਵਾਹਿਗੁਰੂ ਦੇ ਚੱਲ ਰਹੇ ਜੋ ਉਸ ਕੁਛ ਹੋ ਰਿਹਾ ਹੈ ਉਹਦੇ ਅੱਗੇ ਆਪਣਾ ਸਿਰ ਨੀਵਾ ਕਰਕੇ ਉਹਦੀ ਰਜ਼ਾ ਵਿੱਚ ਤੁਰਨਾ ਜਿਹੜਾ ਹੈ। ਹੁਣ ਹੁਕਮ ਨਾ ਕਿਹਾ ਜਾਈ ਦਾ ਫਿਰ ਜੇ ਕਿਹਾ ਹੀ ਨਹੀਂ ਜਾ ਸਕਦਾ, ਫਿਰ ਅਸੀਂ ਕਰ ਕਿਉਂ ਰਹੇ ਹਾਂ? ਫਿਰ ਅਸੀਂ ਹੋ ਕਿਉਂ ਰਹੇ ਹਾਂ? ਕਰ ਕਿਉਂ ਰਹੇ ਹਾਂ? ਦੇਖੋ, ਕੁਝ ਗੱਲਾਂ ਸਾਨੂੰ ਸਮਝਣ ਦੀ ਲੋੜ ਪੈਂਦੀ ਹੈ। ਹੁਕਮ ਨਾ ਕਿਹਾ ਜਾਈ, ਇਹ ਭਾਵ ਨਹੀਂ ਕਿ ਬਾਬੇ ਹੁਕਮ ਨੂੰ ਬਿਲਕੁਲ ਹੀ ਨਹੀਂ ਕਿਹਾ ਜਾ ਸਕਦਾ, ਜਾਂ ਬਿਆਨ ਹੀ ਨਹੀਂ ਅਸੀਂ ਕਰ ਸਕਦੇ, ਜਾਂ ਸਮਝ ਨਹੀਂ ਸਕਦੇ। ਕਿਹਾ ਨਾ ਚਾਹੀਦਾ, ਮਤਲਬ ਸਮਝਣ ਦੀ ਗੱਲ ਹੈ। ਉਹਦੇ ਹੁਕਮ ਨੂੰ ਇਸ ਤਰ੍ਹਾਂ ਜਿਹੜਾ ਸ਼ਬਦਾਂ 'ਚ ਬੰਨ੍ਹ ਕੇ ਨਹੀਂ ਅਸੀਂ ਕਰ ਸਕਦੇ, ਨਾ ਹੀ ਹਰ ਬੰਦੇ ਦੇ ਵੱਸ ਦੀ ਬਾਤ ਹੈ। ਇਹਦਾ ਭਾਵ ਕੀ ਹੈ ਕਿ ਵਾਹਿਗੁਰੂ ਜੀ ਦੇ ਹੁਕਮ ਦਾ ਕੋਈ ਜੀਵ ਅੰਤ ਨਹੀਂ ਪਾ ਸਕਦਾ। ਹੁਕਮ ਨਾ ਕਿਹਾ ਜਾਈਦਾ ਮਤਲਬ ਅੰਤ ਪਾਉਣਾ ਹੈ। ਸਮਝਣਾ ਤਾਂ ਹੈ, ਪਰ ਅੰਤ ਪਾਉਣ ਵਾਲੇ ਪਾਸੇ ਨਹੀਂ ਜਾਣਾ। ਇਸ ਹੁਕਮ ਦੇ ਸਾਰੀ ਦਰਸ਼ਨ ਸਾਰੀ ਸ੍ਰਿਸ਼ਟੀ 'ਚੋਂ ਅਸੀਂ ਕਰ ਸਕਦੇ ਹਾਂ। ਜਦੋਂ ਅਸੀਂ ਕਹਿ ਦਿੰਦੇ ਹਾਂ ਸਭ ਮੈਂ ਜੋਤ ਹੈ ਸੋਏ ਵਿੱਚੋਂ ਉਹਦੇ ਹੁਕਮ ਦੇ ਦਰਸ਼ਨ ਹੁੰਦੇ ਨੇ। ਜੀਵਾਂ ਦੀ ਉਤਪਤੀ, ਉਹਨਾਂ ਨੂੰ ਦੁਨੀਆ ਵਿੱਚ ਯੋਗ ਸਥਾਨ ਤੇ ਸਨਮਾਨ ਮਿਲਣੇ, ਚੰਗੇ ਮੰਦੇ ਜੀਵਾਂ ਦਾ ਦੁੱਖ ਸੁੱਖ ਭੋਗਣਾ, ਇਹ ਸਭ ਉਹਦੇ ਹੁਕਮ ਦੀ ਇੱਕ ਹੈਰਾਨ ਕਰ ਦੇਣ ਵਾਲੀ ਖੇਡ ਹੈ, ਅਚਰਜ ਦੀ ਖੇਡ ਹੈ, ਜਿਹਨੂੰ ਅਸੀਂ ਸ਼ਬਦਾਂ ਦੇ ਨਾਲ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦੇ। ਦੁਨਿਆਵੀ ਰਾਜ ਸਰਕਾਰਾਂ ਵਿੱਚ ਕਈ ਤਰ੍ਹਾਂ ਦੇ ਹੁਕਮ ਚੱਲਦੇ ਨੇ, ਉਹਨਾਂ ਦੇ ਭਾਣੇ ਵਿੱਚ ਕਈ ਖਾਸ ਹੁਕਮ ਹੁੰਦੇ ਨੇ, ਕਈ ਸਾਂਝੇ ਹੁਕਮ ਹੁੰਦੇ ਨੇ, ਪਰ ਉਹ ਵਿਤਕਰੇ ਤੋਂ ਖਾਲੀ ਨਹੀਂ ਹੁੰਦੇ। ਪਰ ਸੱਚੀ ਸਰਕਾਰ ਦਾ, ਸੱਚੇ ਪਾਤਸ਼ਾਹ ਦਾ, ਸੱਚੇ ਨਿਰੰਕਾਰ ਦਾ ਹੁਕਮ ਸਭ ਕਾਇਨਾਤ ਲਈ ਸਾਂਝਾ ਹੁੰਦਾ ਹੈ, ਸਮੁੱਚੀ ਕਾਇਨਾਤ ਲਈ ਸਾਂਝਾ ਹੁੰਦਾ। ਉਹਦੇ 'ਚ ਵਿਤਕਰਾ ਨਹੀਂ ਹੈ। ਸਰਕਾਰਾਂ ਵਿਤਕਰੇ ਕਰਦੀਆਂ ਨੇ, ਐਸੇ ਕਾਨੂੰਨ ਬਣਾ ਦਿੰਦੀਆਂ ਜਿਹੜੀਆਂ ਇੱਕ ਫਿਰਕੇ ਦੇ ਨਾਲ
ਨਫ਼ਰਤ ਦੀ ਅੱਗ ਬਲਦੀ ਹੈ, ਦੂਜੇ ਫਿਰ ਪ੍ਰਤੀ ਉਹਨਾਂ ਦੇ ਸਹਾਨੁਭੂਤੀ ਹੁੰਦੀ ਹੈ। ਲੇਕਿਨ ਨਿਰੰਕਾਰ ਇੱਕ ਐਸਾ ਹੈ, ਇੱਕ ਐਸੀ ਸੱਚੀ ਸਰਕਾਰ ਹੈ ਜਿਹਦਾ ਹੁਕਮ ਸਾਰਿਆਂ ਦੇ ਇੱਕੋ ਜਿਹਾ ਹੁੰਦਾ ਹੈ, ਸਾਰਿਆਂ ਦੇ ਵਰਤ ਰਿਹਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੱਲ ਕੀਤੀ ਹੁਕਮ ਦੀ ਪਰਿਭਾਸ਼ਾ ਦੇਣ ਲੱਗਾ, ਕਹਿੰਦੇ ਵਾਹਿਗੁਰੂ ਦਾ ਨਾਮ ਹੁਕਮ ਹੈ। ਤੇ ਇਹ ਗੱਲ ਦੀ ਸੋਝੀ ਕਦੋਂ ਆਉਂਦੀ ਹੈ? ਜਦੋਂ ਗੁਰੂ ਦੀ ਸ਼ਰਨ ਵਿੱਚ ਪਿਆ ਜਾਵੇ। ਇਹ ਸ੍ਰੀ ਰਾਗ ਵਿੱਚ ਇੱਕ ਬਚਨ ਆਉਂਦਾ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇੱਕੋ ਨਾਮ ਹੁਕਮ ਹੈ, ਉਹਦੀ ਯਾਦ, ਉਹਦੇ ਯਾਦ ਵਿੱਚ ਵਿਚਰਨਾ, ਉਹਦੇ ਅੱਗੇ ਆਪਣੇ ਆਪ ਨੂੰ ਅਰਪਣ ਕਰ ਦੇਣਾ, ਉਹਦੇ ਅੱਗੇ ਆਪਣੇ ਆਪ ਨੂੰ ਨਿਉ ਜਾਣਾ, ਉਹਦੇ ਅੱਗੇ ਆਪਣੀ ਕੋਈ ਚਲਾਕੀ ਸਿਆਣਪ ਨਾ ਚਲਾਉਣੀ, ਉਹਦੀ ਯਾਦ ਵਿੱਚ ਜੁੜਨਾ, ਇਹ ਹੁਕਮ ਹੈ ਬਸ। ਕਿੰਤੂ ਪਰੰਤੂ ਬਸ ਇਹ ਕਿਉਂ ਹੋਇਆ, ਕਿਵੇਂ ਹੋਇਆ, ਕਿਸ ਤਰ੍ਹਾਂ ਹੋਇਆ, ਇਹ ਗੱਲਾਂ ਦੇ ਨਾਲ ਗੱਲ ਨਹੀਂ ਬਣਦੀ। ਪਰ ਇਹ ਸੰਸਾਰ ਭੁਲੇਖਿਆਂ ਜੀ ਪਿਆ। ਉਹ ਸਵਾਲ ਪੁੱਛਦਾ ਵੀ ਆ ਕਿਉਂ ਹੋ ਗਿਆ ਜੀ, ਕਿਵੇਂ ਵਰਤ ਲਿਆ ਜੀ, ਕਿਸ ਤਰ੍ਹਾਂ ਕੀਤਾ ਜੀ, ਇਹ ਕਹਾਣੀ ਕਿੱਦਾਂ ਹੋਈ ਜੀ, ਇਹ ਕਿਵੇਂ ਚੱਲੇਗੀ। ਲੇਕਿਨ ਨਿਰੰਕਾਰ ਜਿਹੜਾ ਹੈ, ਆਪਾਂ ਇਹ ਕਹਿ ਲਈਏ ਵੀ ਸਹੀ ਅਰਥਾਂ ਵਿੱਚ ਨਾਮ ਹੁਕਮ ਹੈ। ਜੇ ਇਨਸਾਨ ਨੂੰ ਨਾਮ ਦੀ ਸੂਝ ਆ ਜਾਏ ਤਾਂ ਹੁਕਮ ਦੀ ਸੂਝ ਨਾਲੇ ਆ ਜਾਂਦੀ ਹੈ। ਦੁਨੀਆ ਦੇ ਸਭ ਕਰਮ ਧਰਮ ਰਾਏ ਪ੍ਰਬੰਧ ਉਸ ਵਾਹਿਗੁਰੂ ਦੇ ਹੁਕਮ ਦੇ ਅਧੀਨ ਚੱਲ ਰਹੇ ਹਨ। ਪਰ ਇਹਨਾਂ ਦਾ ਜੇ ਅਸੀਂ ਦੇਖਣਾ ਹੋਵੇ ਸਹੀ ਸਰੂਪ ਤਾਂ ਸਤਿਗੁਰੂ ਜੀ ਦੇ ਪਾਵਨ ਅੰਕ 1241 ਤੇ ਜਾਈਏ ਤਾਂ ਉੱਥੇ ਇੱਕ ਬੜੀ ਵਿਸ਼ਾਲਤਾ ਇਸ ਹੁਕਮ ਦੀ ਕੀਤੀ ਹੈ। ਉੱਥੇ ਕਹਿੰਦੇ ਨੇ ਸਭੇ ਸੁਰਤੀ ਜੋਗ ਸਭੇ ਵੇਦ ਪੁਰਾਨ, ਸਭੇ ਸੁਰਤੀ ਜੋਗ ਸਭੇ ਵੇਦ ਪੁਰਾਨ, ਸਭ ਕਰਨੇ ਤਪ ਸਭੇ ਗੀਤ ਗਿਆਨ, ਸਭੇ ਬੁੱਧੀ ਸੁਧ ਸਭ ਤੀਰਥ ਸਭ ਥਾਨ, ਸਭ ਪਾਤਸ਼ਾਹੀਆਂ ਅਮਰ ਸਭ ਖੁਸ਼ੀਆਂ ਸਭ ਖਾਨ, ਸਭੇ ਮਾਨਸ ਦੇਵ ਸਭੇ ਜੋਗ ਧਿਆਨ, ਸਭੇ ਪੁਰੀਆਂ ਖੰਡ ਸਭੇ ਜੀ ਜਹਾਨ। ਹੁਣ ਇਹ ਸਾਰਾ ਕੁਝ ਵਰਣਨ ਕਰਕੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹੁਕਮ ਚਲਾਏ ਆਪਣੇ, ਕਰਮੀ ਵਹੇ ਕਲਾਮ, ਨਾਨਕ ਸੱਚਾ ਸੱਚ ਨਾਏ, ਸੱਚ ਸਭਾ ਦੀਵਾਨ। ਇਹ ਵਿਸ਼ਾਲਤਾ ਹੈ ਹੁਕਮ ਦੀ। ਇੰਨੀਆਂ ਚੀਜ਼ਾਂ ਵਰਣਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਕਿਰਪਾ ਜਦੋਂ ਗੁਰੂ ਦੀ ਹੋਵੇ ਤਾਂ ਫਿਰ ਇਹਦੇ ਬਾਰੇ ਅਸੀਂ ਹੋਰ ਆਪਣੇ ਅੰਦਰ ਦੀ ਵਿਸ਼ਾਲਤਾ, ਹੁਕਮ ਦੇ ਦਾਇਰੇ ਦੀ ਵਿਸ਼ਾਲਤਾ ਦੀ ਸਮਝ ਉਦੋਂ ਹੁੰਦੀ ਹੈ ਜਦੋਂ ਗੁਰੂ ਦੀ ਕਿਰਪਾ, ਗੁਰੂ ਦੇ ਸ਼ਰਨ ਵਿੱਚ ਪੈ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ। ਸਤਿਗੁਰੂ ਜੀ ਫਿਰ ਬਚਨ ਕਰਦੇ, ਗੁਰ ਕਿਰਪਾ ਤੇ ਹੁਕਮ ਪਛਾਣੇ, ਜੁਗਾ ਜਗੰਤਰ ਕੀ ਬਿਧ ਜਾਣੈ। ਵੀ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਇਹਨੂੰ ਸਮਝ ਲੈਂਦਾ ਹੈ, ਭਾਵ ਆਪਾਂ ਨੂੰ ਗੁਰੂ ਅੱਗੇ ਅਰਪਣ ਕਰ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ 1027 ਅੰਕ ਤੇ ਹਨ, ਕਹਿੰਦੇ ਹਨ ਗੁਰ ਕਿਰਪਾ ਤੇ ਹੁਕਮ ਪਛਾਣੈ, ਜੁਗਾ ਜਗੰਤਰ ਕੀ ਬਿਧ ਜਾਣੈ, ਨਾਨਕ ਨਾਮ ਤਰੋ ਤਰਤਾਰੀ, ਸਚ ਤਾਰੇ ਤਾਰਨ ਹਾਰਾ ਹੈ। ਮਾਰੂ ਰੱਖ ਦੇ ਬਚਨ ਨੇ ਗੁਰੂ ਪਾਤਸ਼ਾਹ ਜੀ ਦੇ, ਕਹਿੰਦੇ ਨੇ ਗੁਰ ਕਿਰਪਾ ਤੇ ਹੁਕਮ ਪਛਾਣੇ। तो ਹੁਕਮ ਦੀ ਇਹ ਸਮਝ ਵੀ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ। ਇਹਦਾ ਮਤਲਬ ਜੇ ਅਸੀਂ ਗੁਰੂ ਦੀ ਸ਼ਰਨ ਵਿੱਚ ਹੀ ਨਹੀਂ ਪਏ, ਗੁਰੂ ਵਾਲੇ ਨਹੀਂ ਬਣੇ, ਗੁਰੂ ਦੇ ਦਰ ਤੇ ਨਹੀਂ ਆਏ, ਗੁਰੂ ਨੂੰ ਆਪਣੇ ਤਨ ਮਨ ਧਨ ਦੀ ਸੌਂਪਣਾ ਨਹੀਂ ਕੀਤੀ, ਤਾਂ ਫਿਰ ਸਾਨੂੰ ਹੁਕਮ ਤਾਂ ਸਮਝ ਆ ਹੀ ਨਹੀਂ ਸਕਦਾ। ਕੋਈ ਮੰਦਾ ਹੈ, ਕੋਈ ਖਰਾ ਹੈ, ਕੋਈ ਖੋਟਾ ਹੈ, ਇਹ ਤਾਂ ਗੱਲ ਹੋ ਨਹੀਂ ਸਕਦੀ। ਦੇਖੋ ਗੁਰੂ ਸਾਹਿਬ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ ਨਾ, ਕਹਿੰਦੇ ਕਿਸੇ ਮੰਦਾ ਆਖ ਨਾ ਚੱਲੇ, ਸੱਚ ਖਰਾ ਸਚਿਆਰਾ ਹੈ। ਦੇਖੋ ਸਾਰੇ ਸ਼ਬਦ ਨੂੰ ਜਦੋਂ ਅਸੀਂ ਮਾਰੂ ਰਾਗ ਦਾ ਲੰਬੇਰਾ ਸ਼ਬਦ ਹੈ ਅਸੀਂ ਪੜ੍ਹਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਸਾਚ ਬਿਨਾ ਦਰ ਸਿੱਝੇ ਨਾ ਕੋਈ, ਸਾਚ ਸ਼ਬਦ ਪਹਿਜੇ ਪਤ ਹੋਈ। ਫਿਰ ਪਾਤਸ਼ਾਹ ਜੀ ਕਿੰਨੇ ਸੋਹਣੇ ਬਚਨ ਕਰਦੇ ਨੇ, ਕਹਿੰਦੇ ਨੇ ਆਪੇ ਬਖਸ਼ ਲੈ ਤਿਸ ਭਾਵੇ, ਹਉਮੈ ਗਰਭ ਨਿਵਾਰਾ ਹੈ, ਗੁਰ ਕਿਰਪਾ ਤੇ ਹੁਕਮ ਪਛਾਣੈ, ਜੁਗਾ ਜਗੰਤਰ ਕੀ ਵਿਧ ਜਾਣੈ। ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਹੈ। ਇਹ ਸਾਰੀ ਜਿਹੜੀ ਗੱਲਬਾਤ ਹੈ ਸਮਝ ਆਉਂਦੀ ਹੈ, ਇਹ ਗੁਰੂ ਦੀ ਕਿਰਪਾ ਦੇ ਨਾਲ ਆਉਂਦੀ ਹੈ। ਤੇ ਜਦੋਂ ਇਹ ਸਮਝ ਆ ਗਈ ਫਿਰ ਕਹਿੰਦੇ ਨਾਨਕ ਨਾਮ ਤਰੋ ਤਰਤਾਰੀ, ਸੱਚ ਤਾਰੇ ਤਾਰਨ ਹਾਰਾ ਹੈ। ਇਹ ਹੈ ਹੁਕਮ ਦੀ ਵਿਆਖਿਆ। ਤਾਂ ਹੁਕਮ ਦੀ ਜਿਹੜੀ ਸਵਾਲ ਹੈ ਇਹ ਬੜਾ ਔਖਾ ਜਿਹਾ ਸਵਾਲ ਹੈ, ਜਿਹਨੂੰ
ਬਿਆਨ ਕਰਨਾ ਜਾਂ ਕਥਾ ਵਿਚਾਰ ਕਰਨੀ ਬਸ ਦੀ ਬਾਤ ਨਹੀਂ ਹੈ, ਲੇਕਿਨ ਜੋ ਸਮਝ ਆਉਂਦੀ ਹੈ, ਜੋ ਗੱਲਬਾਤ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚੋਂ ਸਾਨੂੰ ਮਿਲਦਾ ਹੈ, ਉਹ ਅਸੀਂ ਇੱਕ ਦੂਜੇ ਨਾਲ ਸਾਂਝਾ ਕਰ ਸਕਦੇ ਹਾਂ। ਇਸ ਦਾ ਮਤਲਬ ਨਹੀਂ ਅਸੀਂ ਉਹਦੇ ਹੁਕਮ ਦਾ ਭੇਦ ਪਾ ਲਿਆ ਜਾਂ ਸਮਝ ਲਿਆ, ਕਿਉਂਕਿ ਅਸੀਂ ਅਜੇ ਉੱਥੇ ਤੱਕ ਪਹੁੰਚੇ ਹੀ ਨਹੀਂ ਜਦੋਂ ਅਸੀਂ ਉਹਦੇ ਹੁਕਮ ਦਾ ਭੇਦ ਪਾ ਲੈਣਾ ਸੀ। ਅਸੀਂ ਤਾਂ ਆਪ ਸੰਸਾਰੀ ਬੰਦਿਆਂ ਵਾਂਗੂ ਜੀਵਨ ਵਿੱਚ ਤੁਰੇ ਫਿਰਦੇ ਹਾਂ ਤੇ ਜੀਵਨ ਦੀ ਗੱਲਬਾਤ ਕਰ ਰਹੇ ਹਾਂ। ਹੁਣ ਇਹ ਜਿਹੜਾ ਹੁਕਮ ਹੈ, ਮੈਂ ਦੂਜੇ ਲਫ਼ਜ਼ਾਂ 'ਚ ਕਹਿ ਦਿਆਂ ਵੀ ਹੁਕਮ ਦੀ ਜਾਣਕਾਰੀ ਤਾਂ ਉਹ ਵਿਸਮਾਦ ਵਿੱਚ ਭਿੱਜੇ ਹੋਏ, ਵਿਰਾਗ ਵਿੱਚ ਭਿੱਜੇ ਹੋਏ, ਨਿਰੰਕਾਰ ਦੇ ਨਾਲ ਰੰਗ ਮਾਣਦੇ ਹੋਏ ਬੰਦੇ ਹੀ ਦੱਸ ਸਕਦੇ ਹਨ। ਉਹ ਆਪਣੇ ਮੂੰਹੋਂ ਕੱਢੇ ਹੋਏ ਕਦੀ ਡੀਂਗਾ ਨਹੀਂ ਮਾਰਦੇ, ਨਾ ਹੀ ਕਦੀ ਹੰਕਾਰ ਦੇ ਬੋਲ ਬੋਲਦੇ ਨੇ, ਨਾ ਹੀ ਉਹ ਹੁਕਮ ਦੱਸਦੇ ਨੇ। ਉਹ ਅਗੰਮੀ ਹੁਕਮ ਨੂੰ ਜਰ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ ਤੇ ਹੁਕਮ ਦੇ ਵਿੱਚ ਰਹਿੰਦੇ ਹੋਏ ਆਖਦੇ ਨੇ ਕਿ ਹੁਕਮ ਦੀ ਕਾਰ ਬੜੀ ਕਰੜੀ ਹੈ। ਜਿਨ੍ਹਾਂ ਨੂੰ ਇਹ ਪਤਾ ਵੀ ਹੁੰਦਾ ਨਾ, ਉਹ ਵੀ ਇਹ ਡਿੰਗਾ ਨਹੀਂ ਮਾਰਦੇ। ਸਾਨੂੰ ਇੱਕ ਸਾਖੀ ਆਉਂਦੀ ਹੈ ਭਾਈ ਭਿਖਾਰੀ ਜੀ ਦੀ, ਅਸੀਂ ਪੜ੍ਹਦੇ ਸੀ। ਭਾਈ ਭਿਖਾਰੀ ਜੀ ਦੇ ਗੁਰੂ ਪਾਤਸ਼ਾਹ ਜੀ ਨੂੰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਵਾਲ ਕੀਤਾ, ਪਾਤਸ਼ਾਹ ਤੁਸੀਂ ਹੁਕਮ ਦੀ ਗੱਲ ਤਾਂ ਕਰਦੇ ਹੋ, ਹੁਕਮ ਦੀ ਕੋਈ ਐਸਾ ਸਿੱਖ ਹੈ ਜਿਹੜਾ ਹੁਕਮ ਦੀ ਕਾਰ ਕਮਾ ਰਿਹਾ ਹੋਵੇ ਜਾਂ ਹੁਕਮੀ ਬੰਦਾ ਬਣ ਰਿਹਾ ਹੋਵੇ? ਗੁਰੂ ਸਾਹਿਬ ਜੀ ਨੇ ਉਹਨੂੰ ਭਾਈ ਭਿਖਾਰੀ ਜੀ ਦੇ ਕੋਲ ਭੇਜ ਦਿੱਤਾ। ਭਾਈ ਭਿਖਾਰੀ ਜੀ ਦੇ ਬੱਚੇ ਦੀ ਸ਼ਾਦੀ ਹੈ, ਵਿਆਹ ਹੈ, ਤੇ ਵਿਆਹ ਦੇ ਵਿੱਚ ਜਿਵੇਂ ਰੌਣਕ ਲੱਗਦੀ ਹੈ, ਸਾਰੇ ਰਿਸ਼ਤੇਦਾਰ ਸੰਬੰਧੀ ਆਏ ਹੋਏ ਹਨ ਤੇ ਭਾਈ ਜੀ ਇੱਕ ਪਾਸੇ ਹੋ ਕੇ ਤਾੜ ਜਿਹਾ ਸਿਉਂ ਰਹੇ ਹਨ, ਤਾੜ ਜਿਹਾ ਸਿਉਂਦੇ ਹਨ। ਉਸ ਸਿੱਖ ਨੇ ਆ ਕੇ ਪੁੱਛਿਆ, ਭਾਈ ਸਾਹਿਬ ਤੁਹਾਡੇ ਬੱਚੇ ਦੀ ਸ਼ਾਦੀ ਹੈ, ਤੁਹਾਡੇ ਬੱਚੇ ਦਾ ਵਿਆਹ ਕਾਰਜ ਹੈ, ਤੁਸੀਂ ਇਹ ਟਾਟ ਕਿਉਂ ਸੀ ਰਹੇ ਹੋ? ਕਹਿੰਦੇ ਕਰਤਾਰ ਦੀ ਰਜ਼ਾ ਹੈ, ਉਹਦਾ ਹੁਕਮ ਹੈ। ਵਿਆਹ ਹੋਇਆ, ਸ਼ਾਦੀ ਹੋ ਗਈ। ਇਤਿਹਾਸ ਜੋ ਗੱਲ ਕਹਿੰਦਾ ਵੀ ਉਸੇ ਰਾਤ ਨੂੰ ਪਿੰਡ ਵਿੱਚ ਧਾੜ ਵੀ ਆ ਗਏ, ਡਾਕੂ ਆ ਗਏ। ਉਹ ਬੱਚਾ ਜਿਹਦਾ ਨਵਾਂ ਹੀ ਵਿਆਹ ਹੋਇਆ ਸੀ ਉਹ ਉਹਨਾਂ ਦੇ ਹੱਥੋਂ ਮਾਰਿਆ ਗਿਆ, ਉਹਦੀ ਮੌਤ ਹੋ ਗਈ। ਹੁਣ ਉਹ ਜਿਹੜਾ ਟਾਟ ਭਾਈ ਭਿਖਾਰੀ ਜੀ ਨੇ ਗੰਢ ਰਹੇ ਸਨ, ਉਹ ਚੁੱਕ ਕੇ ਹੁਣ ਆਏ ਹੋਏ ਸੰਗਤਾਂ ਦੇ, ਲੋਕਾਂ ਦੇ ਬਰਾਦਰੀ ਦੇ ਥੱਲੇ ਵਿਛਾ ਦਿੱਤਾ। ਸਿੱਖ ਨੇ ਸਵਾਲ ਕੀਤਾ ਕਿ ਭਾਈ ਭਿਖਾਰੀ ਜੀ, ਭਾਈ ਸਾਹਿਬ ਤਾਂ ਤੁਹਾਨੂੰ ਪਤਾ ਸੀ ਇਹ ਕੁਝ ਵਾਪਰਨਾ ਹੈ, ਇਹ ਕੁਝ ਹੋਣਾ ਹੈ ਜਾਂ ਇਹ ਕੁਝ ਹੋਏਗਾ, ਤੇ ਤੁਸੀਂ ਇਹਦੀ ਜ਼ਿੰਦਗੀ ਕਿਉਂ ਖਰਾਬ ਕੀਤੀ? ਜਿਹੜੀ ਪਹਿਲੇ ਦਿਨ ਹੀ ਵਿਧਵਾ ਹੋ ਗਈ, ਤੁਸੀਂ ਉਹਦੇ ਲੜ ਕਿਉਂ ਲਾਇਆ? ਭਾਈ ਭਿਖਾਰੀ ਜੀ ਨੇ ਬੜਾ ਖੂਬਸੂਰਤ ਜਵਾਬ ਦਿੱਤਾ। ਕਹਿਣ ਲੱਗੇ, ਭਲਿਆ ਉਹਦੇ ਹੁਕਮ ਵਿੱਚ ਉਹਦਾ ਵਿਆਹ ਹੋਣਾ ਸੀ, ਉਹਦੇ ਹੁਕਮ ਵਿੱਚ ਇਹਨੇ ਵਿਧਵਾ ਹੋਣਾ ਸੀ, ਉਹਦੇ ਹੁਕਮ 'ਚ ਉਹਦੀ ਮੌਤ ਹੋਣੀ ਸੀ। ਇਹ ਸਾਰੀ ਖੇਡ ਤਾਂ ਉਸ ਕਰਤਾਰ ਦੀ ਹੈ। ਮੇਰੇ ਕਹਿਣ ਤੇ ਸੀ ਕਿ ਮੇਰੇ ਕਹਿਣ ਨਾਲ ਕੁਝ ਹੋਣਾ ਸੀ? ਨਹੀਂ। ਹੁਕਮ ਨੂੰ ਸਮਝਣ ਦੇ ਲਈ ਐਡੀ ਉੱਚੀ ਅਵਸਥਾ ਚਾਹੀਦੀ ਹੈ, ਐਡੀ ਉੱਚੀ ਅਵਸਥਾ ਜਿਹੜੀ ਉਹਨਾਂ ਨੂੰ ਸਮਝ ਆਈ। ਜਿਨ੍ਹਾਂ ਨੇ ਸਮਝਿਆ ਉਹਨਾਂ ਨੇ ਹੁਕਮ ਨੂੰ ਲੋਕਾਂ ਦੇ ਸਾਹਮਣੇ ਨਹੀਂ ਕਹਿ ਦਿੱਤਾ, ਆ ਕੇ ਆਪਣਾ ਰੌਲਾ ਨਹੀਂ ਪਾ ਦਿੱਤਾ। ਇਹ ਤਾਂ ਬੰਦੇ ਭਾਈ ਗੁਰਦਾਸ ਜੀ ਜਦੋਂ ਇਹ ਗੱਲ ਕਰਦੇ ਨੇ ਨਾ, ਕਹਿੰਦੇ ਨੇ ਗੱਲ ਤਾਂ ਬਾਹਰ ਨਿਕਲਿਆ, ਹੁਕਮੀ ਬੰਦੇ ਕਾਰ ਕਰਾਰੀ। ਵੀ ਜਿਹੜੇ ਹੁਕਮੀ ਬੰਦੇ ਨੇ ਉਹ ਗੱਲਾਂ ਨਹੀਂ ਕਰਦੇ ਬਾਹਰ, ਹੁਕਮ ਦੀ ਕਾਰ ਕਮਾਉਂਦੇ ਨੇ, ਹਰ ਵੇਲੇ ਹੁਕਮ ਦੀ ਕਾਰ ਕਮਾਉਂਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਹੁਕਮ ਬਾਰੇ ਮਾਝ ਰਾਗ ਦੇ ਵਿੱਚ ਇੱਕ ਸਿਰੇ ਦੀ ਗੱਲ ਸਾਨੂੰ ਸਮਝਾਉਂਦੇ ਨੇ। ਕਹਿੰਦੇ ਨੇ ਸੂਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੇ ਸਾਹ ਭਲੀ ਜਾਏ। ਗੁਰੂ ਪਾਤਸ਼ਾਹ ਦਾ ਬਚਨ ਹੁੰਦਾ, ਕਹਿੰਦੇ ਨੇ ਸੂਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੇ ਸਾਹ ਭਲੀ ਜਾਏ। ਜਾਏ ਦਾ ਹੁੰਦਾ ਜਗ੍ਹਾ। ਫਿਰ ਕਹਿੰਦੇ ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੇ ਜਿਸ ਮਿੱਠਾ ਜੀਓ। ਬਸ ਇਹੀ ਸਾਰੀ ਕਹਾਣੀ ਹੈ ਵੀ ਸਿਆਣਾ ਕੌਣ ਹੈ, ਪਤਵੰਤਾ ਕੌਣ ਹੈ, ਸੱਜਣ ਕੌਣ ਹੈ? ਜਿਹਨੂੰ ਹੁਕਮ ਜਿਹੜਾ ਹੈ ਉਹ ਮਿੱਠਾ ਲੱਗਦਾ ਹੈ, ਜਿਹਨੇ ਹੁਕਮ ਨੂੰ ਮਿੱਠਾ ਕਰਕੇ ਮੰਨ ਲਿਆ, ਜਿਹਨੇ ਹੁਕਮ ਨੂੰ ਮੰਨਣ ਦੀ ਜਾਚ ਸਿੱਖ ਲਈ। ਬਸ ਜਿਹਨੇ ਆਪਣਾ ਸਿਰ ਜਿਹੜਾ ਸੀ ਉਸ ਮਾਲਕ ਦੇ ਅੱਗੇ ਝੁਕਾ ਦਿੱਤਾ। ਤੋ ਇਹ ਸਾਰਾ ਜੋ ਕੁਝ ਹੋ ਰਿਹਾ ਹੈ, ਹੁਕਮ ਦਾ ਦਾਇਰਾ ਇੰਨਾ ਵਿਸ਼ਾਲ ਹੈ। ਤਲੰਗ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਜਦੋਂ ਹੁਕਮ ਦੀ ਗੱਲ ਕਹਿੰਦੇ ਨੇ, ਕਹਿੰਦੇ ਸਭ ਆਏ ਹੁਕਮ ਖਸਮਾ, ਸਭ ਖਸਮ ਦੇ ਹੁਕਮ ਨਾਲ ਆਏ। ਹੁਕਮ ਸਭ ਵਰਤਨੀ, ਔਰ ਸਾਰੇ ਵਿੱਚ ਉਹਦਾ ਹੁਕਮ ਵਰਤ ਲਿਆ, ਪਰਮੇਸ਼ਰ ਦਾ ਹੁਕਮ ਵਰਤ ਰਿਹਾ। ਸੱਚ ਸਾਹਿਬ ਸਾਚਾ ਖੇਲ, ਸਭ ਹਰ ਧਨੀ। ਤਲੰਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ, ਕਹਿੰਦੇ ਨੇ ਸਭ ਆਏ ਹੁਕਮ ਖਸਮਾ, ਹੁਕਮ ਸਭ ਵਰਤਨੀ। ਸੱਚ ਸਾਹਿਬ ਸਾਚਾ ਖੇਲ, ਸਭ ਹਰ ਧਨੀ। ਸਲਾਹੋ ਸੱਚ ਸਭ ਉਪਰ ਹਰ ਧਨੀ।
ना ही कोई शरीक किस लेखे हो गणी। फिर कहते पौन पानी धरती आकाश घर मंदिर हर बनी, विच वरते नानक आप झूठ कहो क्या गणी। ये ਉਹਦਾ ਹੁਕਮ, ਇਹ ਹੁਕਮ ਦੀ ਪਰਿਭਾਸ਼ਾ ਹੈ। ਇਹ ਆਕਾਰ ਹੈ ਜੋ ਦਿਸਦਾ ਹੈ, ਜੋ ਇਹ ਆਕਾਰ ਜੋ ਦਿਸਦਾ ਹੈ ਉਹ ਨਿਰੰਕਾਰ ਦਾ ਰੂਪ ਹੈ। ਨਿਰੰਕਾਰ ਦਾ ਹੁਕਮ ਹੈ ਜੋ ਅਸੀਂ ਦੇਖ ਰਹੇ ਹਾਂ, ਜੋ ਪਸਾਰਾ ਅਸੀਂ ਵੇਖਦੇ ਹਾਂ, ਜੋ ਕੁਝ ਅਸੀਂ ਕਰਦੇ ਹਾਂ ਸਾਨੂੰ ਨਜ਼ਰ ਆਉਂਦਾ ਹੈ। ਪਿਆਰਿਓ, ਇਹ ਤਾਂ ਉਸ ਨਿਰੰਕਾਰ ਦਾ ਹੁਕਮ ਹੈ ਨਾ, ਉਹਦੇ ਹੁਕਮ 'ਚ ਹੀ ਪਸਰਿਆ ਹੋਇਆ ਹੈ। ਹੁਕਮ ਬਣ ਕੇ, ਸ਼ਕਤੀ ਬਣ ਕੇ ਉਹ ਨਿਰੰਕਾਰ ਇਸ ਆਕਾਰ ਰੂਪ ਵਿੱਚ ਆਪਣਾ ਮੰਡਲ ਬਣਾਈ ਬੈਠਾ ਹੈ, ਆਪਣਾ ਮੰਡਲ ਸਾਜੀ ਬੈਠਾ ਹੈ। ਇਹ ਸੰਸਾਰ ਰੱਬ ਦਾ ਘਰ ਹੈ। ਨਿਰੰਕਾਰ ਸੰਸਾਰ ਰੂਪੀ ਆਕਾਰ ਵਿੱਚ ਆ ਕੇ ਇੱਥੇ ਵਸ ਗਿਆ ਹੈ, क्योंकि ये जग सच्चे की है कोठड़ी, सच्चे का विश्वास। इकना हुक्म समाए ले, इकना हुक्म करे बेनाश। ये जग तो सच्चे की कोठड़ी है, ये जो वरतदा है। ये तो आसा की वार में गुरु साहब जी ने कर दी गल कि सच्चे की कोठड़ी है। इकना हुक्म दे विच ही उहदे विच लीन हन, हुक्म दे विच ही माया विच फसे हुए ने। कईयां नूं माया चों कढ लैंदा है, कईयां नूं वो माया च फसाई रखदा है। ਇਹ ਖੇਡ ਸਮਝ ਆਉਂਦੀ। ਮੈਂ ਫਿਰ ਬੇਨਤੀ ਕਰਦੇ ਹਾਂ, ਏਡੀ ਉੱਚੀ ਅਵਸਥਾ, ਏਵੜ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਏ। ਉਹੀ ਜਾਣ ਸਕਦਾ ਨਾ ਜਿਹੜਾ ਏਡੀ ਅਵਸਥਾ ਦਾ ਹੋਵੇ। ਅਸੀਂ ਤਾਂ ਛੋਟੇ ਜਿਹੇ ਬੰਦੇ, ਇਸ ਮਾਰਗ ਤੇ ਚੱਲਣ ਵਾਲੇ, ਥੋੜੀ ਬਹੁਤ ਸੇਧ ਲੈਣ ਵਾਲੇ, ਕੇਵਲ ਨਿਰੰਕਾਰ ਦੇ ਬਾਰੇ ਕੁਝ ਵੀ ਕਹਿਣ ਦਾ ਯਤਨ ਕਰੀਏ ਤਾਂ ਸਾਡੀ ਤਾਂ ਰਸਨਾ ਹੀ ਬੜੀ ਛੋਟੀ ਹੈ। ਉਹਦੇ ਹੁਕਮ ਨੂੰ ਵੀ ਅਸੀਂ ਬਿਆਨ ਨਹੀਂ ਕਰ ਸਕਦੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਜਦ ਹੁਕਮ ਸਭ ਥਾਈ ਹੈ, ਕਿਵੇਂ ਵਰਤਦਾ ਹੈ? ਉਹਦੇ ਹੁਕਮ 'ਚ ਜੇ ਕੋਈ ਉੱਤਮ ਨੀਚ ਹੈ, ਜੇ ਉਹਦੇ ਹੁਕਮ 'ਚ ਹੀ ਹੈ ਤਾਂ ਫਿਰ ਹੁਕਮ, ਉਹਦੇ ਹੁਕਮ 'ਚ ਕੋਈ ਪਾਪੀ ਪੁੰਨੀ ਹੈ। ਜੇ ਹੁਕਮ ਵਿੱਚ ਕੋਈ ਪਾਪੀ ਹੈ ਜਾਂ ਮੰਦਾ ਹੈ ਤਾਂ ਫਿਰ ਉਹਦਾ ਗੁਨਾਹ ਕੀ ਹੈ? ਉਹਨੇ ਗੁਨਾਹ ਕੀ ਕੀਤਾ ਹੈ? ਇਹ ਗੱਲ ਸਮਝਣ ਦੀ ਲੋੜ ਹੈ ਹੁਣ ਵੀ ਹੁਕਮ ਦੇ ਵਿੱਚ ਕੋਈ ਪਾਪੀ ਪੁੰਨੀ ਹੈ, ਗੁਨਾਹਗਾਰ ਹੈ, ਉੱਤਮ ਹੈ, ਨੀਚ ਹੈ, ਤਾਂ ਇਹ ਗੱਲ ਸਮਝਣ ਦੀ ਲੋੜ ਹੈ ਹੁਣ। प्रभु एक रस है, प्रभु एक रस है, वो कदे नहीं बदलता, वो कदे खत्म नहीं होता। वो एक रस है, लगातार चलन वाला है, कदे खत्म नहीं होता। उसका हुक्म भी एक रस है, ख्याल करना हो। उसका हुक्म भी एक रस है, हुक्म भी नहीं बदलता, हुक्म भी कभी खत्म नहीं होता। हाँ, बदलता है तो हुक्म समझण वाला, हुक्म मनण वाला। हुक्म नहीं बदलता, ख्याल करना। जो विचार बदलते हैं तो हुक्म नूं समझण वाले दे, हुक्म नूं मनण वाले दे, साडे वर्गियां दे जदों चेंज आएगी ना, उहदे ना परमेश्वर च आनी है, ना उहदे हुक्म च कोई चेंज आनी है। बदली कहते चुनी है साडे विचारां विच, साडी सोच मंडल विच। हुक्म मनण वाला बदलता है, जदों भी बदलता है। जो हुक्म मनण वाला बदलता है, फिर जेड़ा हुक्म उन्होंने चंगा लगता है उसनूं ही फिर जो कुछ हो रहा फिर उन्होंने वो चंगा लगता है। फिर जो चंगा लगता है वो फिर उसका हुक्म समझता है। हुण दुख सुख जन्म मौत ये सब फिर उन्होंने समझ आ जाती है। चेंज हो गई, विचारधारा बदल गई, चेंज हो गई। पहला किंतु परंतु सी, हुण कहंदा नहीं ਉਹਦੇ हुक्म च है। फिर बेनती करते हैं, परमेश्वर निरंकार कदी नहीं बदलता ते निरंकार दा हुक्म भी कदी नहीं बदलता। बदलता है तो साडी सोच का दायरा बदलता है, साडे विचार बदलते हैं। जिवें जिवें ये सोच मंडल उतरियां उडारियां नूं लावेगा, अपने अध्यात्मक दी अवस्था नूं उच्चा हुंदा जाएगा, तिवें तिवें दे हुक्म दा दायरा भी विशाल हुंदा जाएगा। ਇਹਦਾ अंत नहीं पाया जा सकता। ये हुक्म का दायरा भी जिहड़ा है वो विशाल होंदा जाएगा। देखो, बड़ी स्पष्ट जी गल है, जब पापी बदल सकता है, पुन्नी बदल सकता है। पापी बदल सकता है, पाप करने वाला कल पुण्य करने वाला हो जाता है, पुण्य करने वाला पाप करने वाला हो सकता है। पापी बदल सकता है, पुन्नी बदल सकता है। ये निर्भर करता है सोच के उत्ते, जिहड़ी मालक ने सानू सोच बख्शी है। आकार बदलता है, निरंकार नहीं बदलता। आकार बदलता है, स्वरूप बदलता है, निरंकार नहीं बदलता।
ਪਾਪੀ ਬਦਲ ਸਕਦਾ, ਪੁੰਨੀ ਬਦਲ ਸਕਦਾ ਹੈ, ਪਰ ਨਿਰੰਕਾਰ ਨਹੀਂ ਬਦਲ ਸਕਦਾ। ਇਸ ਲਈ ਕਿਉਂ ਨਹੀਂ ਬਦਲ ਸਕਦਾ? ਕਿਉਂਕਿ ਉਹਦੇ ਸਮੇਂ ਦਾ, ਕਾਲ ਦਾ ਕੋਈ ਪ੍ਰਭਾਵ ਨਹੀਂ। ਤੇ ਪਰ ਆਕਾਰ ਜੋ ਉਹਨੇ ਬਣਾਇਆ ਉੱਤੇ ਸਮੇਂ ਦਾ ਵੀ ਪ੍ਰਭਾਵ ਹੈ, ਕਾਲ ਦਾ ਵੀ ਪ੍ਰਭਾਵ ਹੈ। ਇਹ ਇੱਕ ਜਿੱਦ ਤੇ ਪ੍ਰਭਾਵ ਹੈ, ਉਹ ਬਦਲ ਸਕਦਾ, ਚੇਂਜ ਹੋ ਸਕਦਾ। ਚੇਂਜ ਉਹੀ ਚੀਜ਼ ਹੁੰਦੀ ਹੈ ਜਿਹੜੇ ਤੇ ਕਾਲ ਦਾ, ਸਮੇਂ ਦਾ ਪ੍ਰਭਾਵ ਹੁੰਦਾ। ਜਿਨ੍ਹਾਂ ਤੇ ਕਾਲ ਦਾ ਪ੍ਰਭਾਵ ਨਹੀਂ, ਸਮੇਂ ਦਾ ਪ੍ਰਭਾਵ ਨਹੀਂ, ਉਹ ਨਾ ਉਹਦੇ ਹੁਕਮ ਤੇ ਹੈ, ਨਾ ਉਹਦੇ ਉੱਤੇ ਹੈ, ਨਿਰੰਕਾਰ ਦੇ ਉੱਤੇ ਹੈ। ਇਸ ਵਾਸਤੇ ਉਹ ਬਦਲਦਾ ਨਹੀਂ। ਜਦੋਂ ਬਦਲੇਗਾ ਸਾਡਾ ਸੋਚ ਦਾ ਦਾਇਰਾ ਬਦਲੇਗਾ। ਵੀ ਰੱਬੀ ਇੱਕ ਨਿਯਮ ਹੈ। ਜੇਕਰ ਮਨੁੱਖ ਚੰਗੀ ਖੁਰਾਕ, ਚੰਗਾ ਭੋਜਨ ਜਾਂ ਚੰਗੀ ਸੰਗਤ ਰੱਖਦਾ ਹੈ ਤਾਂ ਉਹ ਫਿਰ ਬੰਦਾ ਜਿਹੜਾ ਹੈ ਅਰੋਗ ਰਹਿੰਦਾ ਹੈ। ਨਿਯਮ ਹੈ ਰੱਬ ਦਾ। ਜਦੋਂ ਚੰਗੀ ਖੁਰਾਕ ਹੈ, ਚੰਗਾ ਭੋਜਨ ਹੈ, ਐਕਸਰਸਾਈਜ਼ ਕਰ ਰਿਹਾ, ਹਰ ਚੀਜ਼ ਕਰਦਾ ਹੈ, ਇੱਕ ਸਿਸਟਮ ਵਿੱਚ ਹੈ, ਉਹ ਬੰਦਾ ਚੰਗੀ ਜ਼ਿੰਦਗੀ ਬਤੀਤ ਕਰਦਾ। ਰੱਬ ਨੇ ਨਿਯਮ ਬਣਾ ਦਿੱਤਾ। ਹੁਣ ਇਸ ਨਿਯਮ ਦੀ ਪਾਲਣਾ ਤਾਂ ਮਨੁੱਖ ਨੇ ਕਰਨੀ ਹੈ ਨਾ। ਰੱਬ ਨੇ ਨਿਯਮ ਬਣਾਤਾ, ਦੀ ਪਾਲਣਾ ਕਿਹਨੇ ਕਰਨੀ? ਮਨੁੱਖ ਨੇ। ਅਸੀਂ ਸਮਝਦੇ ਹਾਂ ਕਿ ਜਿੰਨਾ ਦੁੱਖ ਆਉਂਦਾ ਹੈ ਉਹਦੀ ਰਜ਼ਾ 'ਚ ਹੈ, ਪਰ ਉਹ ਤਾਂ ਨਿਰਵੈਰ ਹੈ। ਫਿਰ ਉਹ ਦੁੱਖ ਕਿਉਂ ਦਿੰਦਾ? ਇੱਕ ਹੋਰ ਸਾਡੇ ਅੰਦਰ ਸਵਾਲ ਪੈਦਾ ਹੋ ਜਾਂਦਾ ਵੀ ਉਹ ਤਾਂ ਇਨਸਾਫ ਦਾ ਘਰ ਹੈ ਪਿਆਰੇ, ਉਹ ਤਾਂ ਕਿਸੇ ਨਾਲ ਬੇਇਨਸਾਫੀ ਕਰਦਾ ਹੀ ਨਹੀਂ, ਉਹ ਤਾਂ ਇਨਸਾਫ ਦਾ ਘਰ ਹੈ। ਉਹਨੇ ਨਿਯਮ ਬਣਾ ਦਿੱਤੇ ਹੈ। ਫੈਸਲਾ ਸਾਡਾ ਹੈ ਕਿ ਅਸੀਂ ਕੀ ਕਰਦੇ ਹਾਂ। ਹੁਕਮ ਨੂੰ ਸਮਝਣ ਦੇ ਲਈ ਇਹ ਸਾਡੇ ਹੱਥ 'ਚ ਫੈਸਲਾ ਵੀ ਅਸੀਂ ਕੀ ਕਰਦੇ ਹਾਂ। ਉਹਦਾ ਨਿਯਮ ਹੈ ਮਿੱਠਾ ਬੋਲਣਾ, ਨੀਵਾਂ ਚੱਲਣਾ। ਪਰ ਜੇ ਅਸੀਂ ਸਿੰਬਲ ਦਾ ਬਣਨਾ, ਰੁੱਖ ਵਰਗਾ ਬਣਨਾ, ਤਾਂ ਸਾਡਾ ਫੈਸਲਾ ਹੈ। ਉਹਦਾ ਨਿਯਮ ਤਾਂ ਨਹੀਂ ਹੈ। ਇਹਦਾ ਮਤਲਬ ਅਸੀਂ ਉਹਦੇ ਹੁਕਮ ਦੀ ਉਲੰਘਣਾ ਕਰਨ ਦੇ ਦੋਸ਼ੀ ਹਾਂ। ਅਸੀਂ ਉਹਦੇ ਹੁਕਮ ਦੀ ਉਲੰਘਣਾ ਕਰ ਰਹੇ ਹਾਂ, ਹੁਕਮ ਦੀ ਉਲੰਘਣਾ ਕਰਨ ਦੇ ਦੋਸ਼ੀ ਹਾਂ। ਪਰ ਦੋਸ਼ੀ ਦੋਸ਼ ਧਰੇ ਵੀ ਉਹਦੇ 'ਚ ਹੀ ਆਏਗਾ। ਦੋਸ਼ ਥਾਪ ਕੇ ਸਾਨੂੰ ਮੜਿਆ ਜਾਏਗਾ। ਕਿਉਂ? ਉਹਦਾ ਹੁਕਮ ਸੀ ਮਿੱਠਾ ਬੋਲਣਾ, ਨੀਵਾਂ ਚੱਲਣਾ, ਲੋੜਵੰਦ ਦੀ ਸਹਾਇਤਾ ਕਰਨੀ। ਪਰ ਅਸੀਂ ਜੇ ਸਿੰਬਲ ਵਾਂਗੂ ਆਕੜ ਕੇ ਰਹਿਣਾ, ਬਾਸ ਵਾਂਗੂ ਅੰਦਰੋਂ ਖਾਲੀ ਰਹਿਣਾ ਤੇ ਅੰਦਰ ਅੱਗ ਹੀ ਅੱਗ ਬਲਣੀ ਹੈ, ਤੇ ਫਿਰ ਕਸੂਰ ਕਿਹਦਾ ਹੈ? ਕਸੂਰ ਤਾਂ ਸਾਡਾ ਹੋਇਆ, ਨਿਰੰਕਾਰ ਦਾ ਥੋੜੀ ਹੈ। ਉਹਦੇ ਨਿਯਮ ਹੈ, ਉਹਦੇ ਅਸੂਲ ਹਨ, ਉਹ ਬੜੇ ਵਧੀਆ ਚੱਲਦੇ ਨੇ। ਫੈਸਲਾ ਸਾਡਾ ਹੈ। ਉਹਦਾ ਹੁਕਮ ਹੈ ਉੱਚਾ ਜਾਂ ਨੀਵਾਂ। ਫੈਸਲਾ ਸਾਡਾ ਕਿ ਅਸੀਂ ਬਾਂਸ ਬਣਨਾ ਕਿ ਗੰਨੇ ਵਰਗਾ ਮਿੱਠਾ ਬਣਨਾ, ਮਿਠਾਸ ਰੱਖਣੀ ਹੈ ਕਿ ਬਾਂਸ ਵਾਂਗੂ ਕਰਖਤ ਬਣਨਾ। ਇਹਦਾ ਸਾਡਾ ਫੈਸਲਾ ਹੈ। ਮਨੁੱਖ ਜਨਮ ਤੇ ਮੌਤ ਕਰਕੇ ਉਹਦੇ ਅਧੀਨ ਹੈ, ਪਰ ਕਰਮ ਕਰਕੇ ਇਹ ਆਜ਼ਾਦ ਹੈ। ਕਰਮੇ ਨੇ, ਮਾਲਕ ਨੇ ਇਹਨੂੰ ਵਿਵੇਕ ਬੁੱਧੀ ਦਿੱਤੀ ਹੈ ਕਰਮ ਕਰਨ ਦੀ। ਉਹ ਕਰਮਾਂ 'ਚ ਉੱਤਮ ਨੀਚ ਹੈ, ਕਰਮਾਂ ਦੇ ਵਿੱਚ ਹੀ ਸਭ ਕੁਝ ਹੁੰਦਾ ਹੈ। ਉਹ ਕਰਮਾਂ ਦੇ ਨਾਲ ਹੀ, ਜਿਹੜੇ ਕਰਮ ਮਨੁੱਖ ਕਰਦਾ ਹੈ ਉਹਦੇ ਨਾਲ ਹੀ ਹੈ। ਹੁਣ ਜੇ ਹੁਕਮ ਸਮਝ ਲੈਂਦਾ ਤੇ ਇਹਨਾਂ ਤੋਂ ਉੱਚਾ ਉੱਠ ਜਾਂਦਾ। ਪਰ ਜੇ ਹੁਕਮ ਦੀ ਸਮਝ ਨਹੀਂ ਆਈ ਤਾਂ ਫਿਰ ਇਹੋ ਜਿਹਾ ਜੋ ਅਵਸਥਾ ਹੈ ਉਹਦੀ ਉਤਰਿਆ ਫਿਰਦਾ ਹੈ, ਬਣਿਆ ਇਨਸਾਨ ਚੱਲਿਆ ਫਿਰਦਾ ਹੈ। ਜਿਹੋ ਜਿਹਾ ਕਰਮ ਕਰੇਗਾ ਉਹੋ ਜਿਹਾ ਫਲ ਮਿਲੇਗਾ। ਇਸ ਕਰਮ ਧਰਤੀ ਦੇ ਵਿੱਚ ਜਿਹੜਾ ਬੀਜ ਅਸੀਂ ਪਾਵਾਂਗੇ, ਇਸ ਕਰਮ ਧਰਤੀ ਵਿੱਚ ਜੋ ਬੀਜ ਬੀਜਾਂਗੇ ਉਹੀ ਇਹਨੂੰ ਫਲ ਲੱਗਣਾ। ਇਹਨੂੰ ਹੋ ਇਹ ਤਾਂ ਹੈ ਨਹੀਂ ਬੀਜੇ ਵੇਖ ਮੰਗੇ ਅੰਮ੍ਰਿਤ ਦੀ ਗੱਲ ਗੁਰੂ ਪਾਤਸ਼ਾਹ ਨੇ ਕਹੀ ਹੈ। ਦਾਖ ਮਜੂਰੀਆਂ ਦੀ ਲੋੜ ਦਾ ਤੇ ਬੀਜਾ ਕਿੱਕਰ ਦਾ। ਕਿੱਕਰ ਬੀਜ ਕੇ ਥੋੜੀ ਉਹਨੂੰ ਅੰਗੂਰ ਲੱਗਣਗੇ, ਕਿੱਕਰ ਨੂੰ ਤਾਂ ਲੰਬੇ ਕੰਡੇ ਲੱਗਣਗੇ। ਕਿੱਕਰ ਬੀਜ ਕੇ ਕੰਡੇ ਪੈਦਾ ਹੋਣਗੇ, ਮਜੂਰੀਆਂ ਨਹੀਂ। ਇਹ ਉਹਦਾ ਨਿਯਮ ਹੈ। ਜੇਕਰ ਕੰਡਿਆਂ ਤੋਂ ਬਚਣਾ ਹੈ ਤੇ ਕਿੱਕਰ ਬੀਜਣਾ ਛੱਡ ਦਈਏ। ਸੱਚਮੁੱਚ ਕਿੱਕਰ ਕੰਡਿਆਂ ਤੋਂ ਬਚਣਾ ਤੇ ਫਿਰ ਅਸੀਂ ਕਿੱਕਰ ਬੀਜਣਾ ਛੱਡ ਦਈਏ। ਤਾਂ ਸਾਡੇ ਤੇ ਫੈਸਲਾ ਹੈ, ਅਸੀਂ ਕੀ ਫੈਸਲਾ ਕਰਨਾ। ਇਹ ਸਾਡੀ ਸੋਚ ਹੈ। ਇਸ ਤੋਂ ਅੱਗੇ ਫੈਸਲਾ ਸਾਡੇ ਹੱਥ 'ਚ ਹੈ। ਅਸੀਂ ਕੀ ਬੀਜਣਾ ਹੈ, ਕੀ ਕਮਾਉਣਾ ਹੈ, ਕੀ ਖਾਣਾ ਹੈ, ਕੀ ਪਹਿਨਣਾ ਹੈ, ਕਿਸ ਤਰ੍ਹਾਂ ਚੱਲਣਾ ਹੈ, ਇਹ ਸਾਡੀ ਸੋਚ ਦੇ ਉੱਤੇ ਡਿਪੈਂਡ ਕਰਦਾ, ਨਾ ਕਿ ਨਿਰੰਕਾਰ ਦੇ ਉੱਤੇ ਡਿਪੈਂਡ ਕਰਦਾ ਹੈ। ਨਿਰੰਕਾਰ ਦੇ ਨਿਯਮ ਹਨ, ਨਿਯਮ ਬਣਾਏ ਹਨ। ਨਿਯਮ ਦੇ ਵਿੱਚ ਚੱਲਣਾ ਹੀ ਹੁਕਮ ਰਜਾਈ ਬਣਨਾ ਹੈ। ਨਿਯਮਾਂ ਨੂੰ ਤੋੜਨਾ ਹੁਕਮ ਦੀ ਉਲੰਘਣਾ ਹੈ। ਜਦੋਂ ਹੁਕਮ ਰਜਾਈ ਚੱਲਣ ਦੀ ਗੱਲ ਅਸੀਂ ਕੀਤੀ ਹੈ, ਉਹਦੇ ਨਿਯਮਾਂ ਵਿੱਚ ਚੱਲਣ ਦੀ ਗੱਲ ਕੀਤੀ ਹੈ। ਤੇ ਜਦੋਂ ਅਸੀਂ ਨਿਯਮਾਂ ਵਿੱਚ ਚੱਲਦੇ ਹਾਂ ਤਾਂ ਸਾਨੂੰ ਸਮਝ ਆ ਜਾਂਦੀ ਹੈ। ਦੇਖੋ, ਜੇ ਅਸੀਂ ਬਦਲਣਾ ਚਾਹੁੰਦੇ ਹਾਂ ਆਪਣੇ ਆਪ ਨੂੰ, ਅਸੀਂ ਤਾਂ, ਸਾਡੀ ਕੀ ਗੱਲ ਹੈ ਵੀ ਅਸੀਂ ਜ਼ਹਿਰ ਬੀਜ ਕੇ ਅੰਮ੍ਰਿਤ ਲੱਭਦੇ ਹਾਂ, ਜਦ ਕਿ ਹੋਣਾ ਨਹੀਂ। ਇਹ ਗੱਲ ਹੋ ਨਹੀਂ ਸਕਦੀ। ਕਰਮ ਅਸੀਂ ਬਦਲ ਸਕਦੇ ਹਾਂ। ਜੇਕਰ ਅਸੀਂ ਕਿਸੇ ਸਿਧਾਂਤ ਵਿੱਚ ਸਾਨੂੰ ਦੁੱਖ ਆਉਂਦਾ ਹੈ ਤਾਂ ਫਿਰ ਅਸੀਂ ਆਪਣਾ ਬਦਲ ਲਈਏ, ਕੰਮ ਬਦਲ ਲਈਏ। ਉਹਦੇ ਹੁਕਮ ਨੂੰ ਮੋੜਨ ਦੀ ਕੋਸ਼ਿਸ਼ ਨਾ ਕਰੀਏ। ਅਸੀਂ ਉਹਦੇ ਤੇ ਦੋਸ਼ ਦੇਣ ਦੀ ਕੋਸ਼ਿਸ਼ ਨਾ ਕਰੀਏ ਵੀ ਮਾਲਕ ਨੇ ਉਹ ਕਰ ਦਿੱਤਾ, ਮਾਲਕ ਨੇ ਉਹ ਕਰਤਾ। ਨਹੀਂ, ਆਪਣੇ ਜੀਵਨ ਦਾ ਢੰਗ ਬਦਲੀਏ, ਆਪਣੀ ਸੋਚ ਬਦਲੀਏ। ਆਪਾਂ ਨਿਰੰਕਾਰ ਦੇ ਹੁਕਮ ਵਿੱਚ ਚੱਲਣ ਦੀ ਗੱਲ ਕਰੀਏ।
एक डिसिपलिन लाइफ करिए, अनुशासन की जिंदगी बनाइए, फिर न्याय असी कर सकते हैं। वो न्याय नहीं करता, वो तो न्याय करता है। देखो गल बड़ी सीधी है, जहर पीने वाला मरेगा। फैसला साडा है कि असी जहर पीनी है कि असी अमृत पीना है। ये तो साडा फैसला है ना। असी दोष हुक्म ते मड़ दिंदे आ, जो हुक्म च ही होया, नहीं उन्हें इदा कर दिता। ये रब दे निज़म ਹਨ, ਉਹਦੇ ਨਿਜ਼ਮ ਉਹਦਾ ਹੁਕਮ ਹੈ। ਜਦੋਂ ਅਸੀਂ ਉਹਦੇ ਨਿਜ਼ਮ ਤੋੜਦੇ ਹਾਂ ਫਿਰ ਅਸੀਂ ਉਹਦੀ ਹੁਕਮ ਦੀ ਉਲੰਘਣਾ ਕਰ ਰਹੇ ਹੁੰਦੇ ਹਾਂ। ਨਿਜ਼ਮਾਂ ਨੂੰ ਤੋੜਨਾ ਹੁਕਮ ਦੀ ਉਲੰਘਣਾ ਹੈ। तो ये जो कुछ आज देखो साडी बॉडी च खून चलता है, ये ਉਹਦਾ ਨਿਜ਼ਮ है, चल रहा है। ਸਵਾਸ ਚੱਲਦੇ ਨੇ ਉਹਦੇ ਨਿਜ਼ਮ ਵਿੱਚ ਚੱਲ ਰਹੇ ਹਨ। ਹੁਣ ਇਹਦੇ ਚ ਕੋਈ ਰੁਕਾਵਟ ਤਾਂ ਨਹੀਂ, ਕੋਈ ਉਸ ਕਰਤਾਰ ਨੇ ਬਣਾਇਆ ਨਿਜ਼ਮ। तो ये ਜਿਹੜੇ ਬੰਦੇ ਆਪਣੀ ਸੋਚ ਮੁਤਾਬਕ ਚੱਲਦੇ ਨੇ ਉਹ ਤਾਂ ਮਨਮੁਖ ਨੇ, ਤੇ ਜਿਹੜੇ ਗੁਰੂ ਦੇ ਹੁਕਮ ਵਿੱਚ ਰਹਿੰਦੇ ਨੇ ਉਹ ਗੁਰਮੁਖ ਨੇ। ਉਹਦਾ ਨਿਜ਼ਮ ਹੀ ਹੈ ਕਿਹੜਾ, ਮਨਮੁਖ ਖਾਵੇ मनमुख जावे, मनमुख फिर चोटा खावे, जितने नरक से मनमुख भोगे गुरमुख लेप ना मासा। जो हुक्म दे तो लेप है ही नहीं, उन तक कोई दुख है ही नहीं। मारू रखते सोलहे दे विच गुरु पातशाह का बचन है। सतगुरु जी जी गल कहते ने मनमुख खावे मनमुख जावे। जो नहीं हुक्मबंदी समझदा वो मनमुख है। जितने नरक से मनमुख भोगे, जिंदगी के दुख जितने हैं, क्योंकि साडी अपनी सोच में वो दुख आउंदे ने। निरंकार ने दुख नहीं देने, निरंकार ने दुख सुख बना दिते, ਉਹਦਾ ਨਿਜ਼ਮ ਉਹਨੇ ਬਣਾ ਦਿੱਤੇ ਆ। ਪਰ ਅਸੀਂ ਕਰਮ ਕਿਹੋ ਜਿਹਾ ਕਰਦੇ ਆ, ਉਹਦੇ ਮੁਤਾਬਕ ਸਾਡੇ ਦੁੱਖ ਸੁੱਖ ਦੀ ਕਹਾਣੀ ਹੈ। ਗੁਰਮੁਖ ਕੌਣ ਹੈ? ਜਿਹਨੂੰ ਹਰੀ ਦੇ ਨਾਲ ਹੁਕਮ ਪਾ ਲਿਆ, ਜਿਹਨੇ ਹੁਕਮ ਨੂੰ ਪਛਾਣ ਲਿਆ। तो जिन्ना ये ਉਹਦਾ ਨਿਜ਼ਮ ਹੈ। गुरु के प्यारे, निज़म नहीं जे बदलना, हुक्म नहीं बदलना। दुखा तो डर लगता है तो मनमुख तो गुरमुख बनीए, अपने विचार ਨੂੰ ਬਦਲੀਏ। ਅਸੀਂ ਬਦਲਣਾ ਹੈ, ਅਸੀਂ ਬਦਲਣਾ ਹੈ, ਅਸੀਂ ਆਪਣੇ ਆਪ ਨੂੰ ਬਦਲਣਾ ਹੈ। ਜਦੋਂ ਗੁਰਮੁਖ ਬਣ ਜਾਵਾਂਗੇ ਫਿਰ ਜੋ ਤੁਧ ਭਾਵੇ ਸਾਈ ਭਲੀ ਕਾਰ ਦੀ ਗੱਲ ਆ ਜਾਏਗੀ। ਫਿਰ ਕਹਿਣਾ ਸਿੱਖ ਜਾਵਾਂਗੇ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੇ ਦੇਖੋ ਜੱਜ ਜਿਹੜਾ ਨਾ ਕੁਰਸੀ ਤੇ ਬੈਠਾ, ਤਾਂ ਉਹ ਬੰਦੇ ਦੇ ਉਹਦੇ ਨਿਜ਼ਮ ਨੇ। ਇਹਨਾਂ ਨਿਜ਼ਮਾਂ 'ਚ ਰਹਿ ਕੇ ਉਹਨੇ ਫੈਸਲਾ ਕਰਨਾ ਹੈ। ਉੱਥੇ ਸੱਚ ਝੂਠ ਹੋ ਸਕਦਾ ਹੈ, ਲੇਕਿਨ ਉਹਦੇ ਨਿਜ਼ਮ ਨੇ ਵੀ ਇਸ ਨਿਜ਼ਮਾਂ ਦੇ ਨੇ ਫੈਸਲਾ ਕਰਨਾ ਹੈ। ਤੇ ਦੇਖੋ ਜਿਹੜਾ ਉਹ ਫੈਸਲਾ ਕਰਦਾ ਹੈ, ਜਿਹਨੇ ਕਿਸੇ ਨੂੰ ਬਾਇਜ਼ਤ ਬਰੀ ਕਰਨਾ ਹੈ, ਕਿਸੇ ਨੂੰ ਉਮਰ ਭਰ ਦੀ ਕੈਦ ਦੇਣੀ ਹੈ, ਤੇ ਇਹ ਉਹਦੇ ਹੱਥ 'ਚ ਹੈ। ਹੁਣ ਸਤਿਗੁਰੂ ਜੀ ਨੇ ਗੁਰਬਾਣੀ ਰਾਹੀਂ ਜਿਹੜੀ ਗੱਲ ਸਾਨੂੰ ਸਮਝਾ ਦਿੱਤੀ ਹੈ, ਅਸੀਂ ਜੱਜ ਦੀ ਕਲਮ ਨਹੀਂ ਤੋੜਨੀ, ਆਪਣੇ ਆਪ ਨੂੰ ਬਦਲਣਾ ਹੈ। ਵੀ ਅਸੀਂ ਉਹ ਕੰਮ ਨਾ ਕਰੀਏ ਜਿਨ੍ਹਾਂ ਕੰਮਾਂ ਦੇ ਨਾਲ ਸਾਨੂੰ ਉਹ ਕਰਤੇ ਦੇ ਹੁਕਮ ਦੀ ਉਲੰਘਣਾ ਕਰੀਏ। ਕਿਹੜੇ? ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ। ਇਹ ਗੱਲ ਤਾਂ ਸ਼ੇਖ ਫਰੀਦ ਜੀ ਨੇ ਵੀ ਸਾਨੂੰ ਸਮਝਾ ਦਿੱਤੀ ਵੀ ਜਿਨ੍ਹਾਂ ਕੰਮਾਂ ਦੇ ਵਿੱਚ ਹੈ ਕੁਝ ਨਹੀਂ, ਉਹਨਾਂ ਕੰਮਾਂ ਨੂੰ ਨਾ ਕਰੀਏ। ਜੇ ਅਸੀਂ ਹੁਕਮ ਦੀ ਗੱਲ ਕਰਨੀ ਹੈ ਤਾਂ ਜੱਜ ਦੀ ਕਲਮ ਨਹੀਂ ਤੋੜਨੀ, ਅਸੀਂ ਆਪਣੀ ਸੋਚ ਬਦਲਣੀ ਹੈ। ਉਹਦੇ ਹੁਕਮ ਨੂੰ ਨਹੀਂ ਬਦਲਣਾ, ਆਪਣੀ ਸੋਚ ਬਦਲਣੀ ਹੈ। ਦੇਖੋ ਹੁਣ ਆਪਾਂ ਹੁਕਮ ਨੂੰ ਹੋਰ ਸਮਝਣ ਦੇ ਲਈ ਥੋੜੀ ਜਿਹੀ ਗੱਲ ਕਰ ਲਈਏ ਕਿ ਆਪਾਂ ਫੋਰਨ 'ਚ ਚਲੇ ਜਾਂਦੇ ਹਾਂ, ਦੇਸ਼ਾਂ ਵਿਦੇਸ਼ਾਂ 'ਚ ਜਾਂਦੇ ਹਾਂ। ਅਸੀਂ ਇੰਡੀਆ 'ਚ ਰਹਿੰਦੇ ਸੀ, ਇੰਡੀਆ ਦੇ ਵਿੱਚ ਅਸੀਂ ਡਰਾਈਵਿੰਗ ਕਰਦੇ ਸੀ ਜੀ, ਲੈਫਟ ਹੈਂਡ ਹੈ, ਅਸੀਂ ਖੱਬੇ ਹੱਥ ਚੱਲਣਾ ਸੀ। ਉਹ ਨਿਯਮ ਸੀ ਉਸ ਦੇਸ਼ ਦਾ। ਜਿਹੜਾ ਸੱਜੇ ਹੱਥ ਚੱਲੇਗਾ ਉਹ ਦੋਸ਼ੀ ਹੈ। ਹੁਣ ਅਸੀਂ ਇੱਥੇ USA ਆਏ, USA 'ਚ ਸੱਜੇ ਹੱਥ ਦੀ ਡਰਾਈਵਿੰਗ, ਸੱਜੇ ਹੱਥ ਚੱਲਣਾ ਪੈਂਦਾ। ਹੁਣ ਅਸੀਂ ਕਹੀਏ ਨਹੀਂ ਜੀ, ਅਸੀਂ ਤਾਂ ਜਿੱਥੋਂ ਸਿੱਖਿਆ ਸੀ ਅਸੀਂ ਤਾਂ ਖੱਬੇ ਹੱਥ ਹੀ ਚੱਲਣਾ ਸਿੱਖਿਆ, ਅਸੀਂ ਤਾਂ ਸੱਜੇ ਹੱਥ ਚੱਲਣਾ ਹੀ ਨਹੀਂ। ਫਿਰ ਨਿਯਮ ਤਾਂ ਨਹੀਂ ਬਦਲਨੇ ਸਾਡੇ ਕਰਕੇ, ਦੇਸ਼ ਦੇ ਨਿਯਮ ਨਹੀਂ ਬਦਲਨੇ, ਸਾਡੀ ਸੋਚ ਬਦਲੇਗੀ। ਅਸੀਂ ਅਗਰ ਡਰਾਈਵਿੰਗ ਕਰਨੀ ਹੈ, ਅਸੀਂ ਇੱਥੇ ਆ ਕੇ ਚੱਲਣਾ ਹੈ, ਅਸੀਂ ਗੱਡੀ ਚਲਾਉਣੀ ਹੈ, ਤਾਂ ਸਾਨੂੰ ਸੱਜੇ ਹੱਥ ਚੱਲਣ ਦਾ ਹੁਕਮ ਮੰਨਣਾ ਪਵੇਗਾ। ਅਸੀਂ ਆਪਣੇ ਆਪ ਨੂੰ ਬਦਲਦੇ ਹਾਂ, ਸਰਕਾਰਾਂ ਦੇ ਨਿਯਮ ਨਹੀਂ ਬਦਲਦੇ, ਕਾਨੂੰਨ ਨਹੀਂ ਇੱਥੋਂ ਦੇ ਬਦਲਦੇ ਨੇ। ਤੂੰ ਖੱਬੇ ਹੱਥ ਸਿੱਖਿਆ ਜਾਂ ਤੂੰ ਖੱਬੇ ਹੱਥ ਚਲਾ ਲੈ, ਇਹ ਤਾਂ ਹੋ ਨਹੀਂ ਸਕਦਾ। ਜਿਸ ਦੇਸ਼ ਦੇ ਵਾਸੀ ਬਣਨਾ, ਉਸ ਦੇਸ਼ ਦੇ ਨਿਯਮ ਮੰਨਣੇ ਪੈਂਦੇ ਨੇ। ਤੇ ਗੁਰੂ ਕੇ ਪਿਆਰ ਵਾਲੇ, ਜੇ ਰੱਬ ਦੇ ਮਾਰਗ ਦੇ ਵਾਸੀ ਬਣਨਾ ਹੈ, ਜੇ ਰੱਬ ਦੇ ਮਾਰਗ ਦੇ ਪੰਥੀ ਬਣਨਾ ਹੈ, ਤੇ ਰੱਬੀ ਹੁਕਮਾਂ ਨੂੰ, ਨਬੀ ਨਿਯਮਾਂ ਨੂੰ ਮਨਾਉਣਾ ਵੀ ਜ਼ਰੂਰੀ ਹੋਵੇਗਾ। ਤਾਂ ਹੀ ਸਾਡੀ ਗੱਲ ਜਿਹੜੀ ਹੈ ਬਣਨੀ ਹੈ, ਤਾਂ ਹੀ ਸਾਨੂੰ ਹੁਕਮ ਦੀ ਪਰਿਭਾਸ਼ਾ ਜਿਹੜੀ ਸਮਝਣ ਦੀ ਗੱਲ ਆਏਗੀ। ਤੋ ਇਹ ਹੁਕਮ ਐਡਾ ਵਿਸ਼ਾਲ ਹੈ ਜਿਸ ਦਾਇਰੇ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ।
गुरु साहब जी ने जो अज की पौड़ी दे विच ये विचार रखे, शब्दी अर्थ बाकी जिहड़े असीं करने ने उस दे हुक्म च की ने, हुक्मी होवन आकार, अकाल पुरख दे हुक्म अनुसार ही अस सारे शरीर बनते हैं। हुक्म ना कहा जाई पर हुक्म दसिया नहीं जा सकता, बयान नहीं किया जा सकता। ये सारी विचार आपां कर लई है। हुक्मी होवन जी, हुक्म दे विच ही सारे जीव जंतु पैदा होंदे ने। हुक्म मिले वडियाई ते परमेश्वर दे हुक्म विच ही उन्हां रब दे दर ते शोभा मिलती है, वडियाई मिलती है। हुक्मे उत्तम नीच, हुक्म लिख दुख सुख पाई है। रब दे हुक्म च कोई मनुख चंगा बन जाता है, कोई माड़ा बन जाता है, कोई भैड़ा है। क्यों? उन्हें निज़म बना दिते, निज़मां विच रहन वाला चंगा है, निज़मां दी उलंघना करने वाला माड़ा है। उन्हें निज़म बना दी शराब नहीं पीनी, पीन वाला माड़ा है, जे जिहड़ा नहीं पींदा वो चंगा है। वो तो निज़म है। तो ये उहदे हुक्म दे निज़म दे असीं तोड़दे हां। उहदा हुक्म नहीं है कि असीं ये पीए। जहर पीनी साडी मर्जी है। मालिक ने जहर भी रख दी, अमृत भी रख, जहर पीनी कि अमृत पीनी साडी सोच है। हुक्मी उत्तम नीच, हुक्म लिख दुख सुख पाईए, एक ना हुक्मी बख्शीश। उहदे हुक्म च कीते कर्मां दे लिखे अनुसार असीं दुख सुख भोगदे हां। हुक्म विच तां कई मनुखां उत्ते अकाल पुरख दी बख्शिश हुंदी है। हुक्मी एक ना कईयां दे उत्ते हुक्मी बख्शीश, उत्ते बख्शिश दा दर खुलदा है। ਜਿਹੜੇ ਹੁਕਮ ਵਿੱਚ ਚੱਲਦੇ ਹਨ ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ, ਤੇ ਜਿਹੜੇ ਨਹੀਂ ਚੱਲਦੇ, ਇੱਕ ਹੁਕਮੀ ਕਈ ਇਹੋ ਜਿਹੇ ਹਨ ਜਿਹੜੇ ਸਦਾ ਹੀ ਭੁਆਏ ਜਾਂਦੇ ਹਨ, ਜਨਮ ਮਰਨ ਦੇ ਗੇੜ 'ਚ ਪਾ ਦਿੱਤੇ ਜਾਂਦੇ ਹਨ, ਕਿਉਂਕਿ ਉਹਨਾਂ ਨੇ ਹੁਕਮ ਦੀ ਉਲੰਘਣਾ ਕੀਤੀ ਹੈ, ਉਹਨਾਂ ਦੇ ਪਰਮੇਸ਼ਰ ਦੇ ਨਿਯਮਾਂ ਨੂੰ ਤੋੜਿਆ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। भी हुक्मे अंदर मतलब रब दे हुक्म विच, हुक्मे अंदर सब को, सारे कोई, हर एक जीव रब दे हुक्म विच है। कोई जीव भी उस दे हुक्म तो बाहर नहीं, आकी हो नहीं सकता। आकी हो सकता मतलब जे कोई मैं नहीं चलना जी, जिवें मैं बेनती की है कि मैं तो ड्राइविंग खब्बे हाथी सीखी है, खब्बे हाथी चलानी है, मैं इदां ही चलावांगा तो मरेगा। जे जे नहीं निज़म बनेगा, तोड़ेगा निज़म, बनेगा। रब की कहानी भी इहो जी है, रब की घर की खेड भी इहो जी है, रब के निज़म भी इहो ਜਿਹੇ ਹਨ। सतगुरु जी कहते हैं उन्हें निज़म बनाए ने, हर बंदा उस निज़मां च रहना सीखे, उस डिसिपलिन च रहना सीखे, रबी निज़मां की पालना करना सीखे। उहदे निज़मां तो कोई बाहर नहीं जा सकता। नानक हुक्मे जे बुझै तां होमै, नानक हुक्मे जे बुझै तां होमै कहे ना कोई। ਵੀ ਜੇ ਕੋਈ ਬੰਦਾ ਸੱਚਮੁੱਚ ਹੁਕਮ ਨੂੰ ਸਮਝ ਲਵੇ ਤਾਂ ਫਿਰ ਉਹ ਆਪਣੇ ਹੰਕਾਰ ਦੀਆਂ, ਸਵਾਰਥ ਦੀਆਂ ਗੱਲਾਂ ਨਹੀਂ ਕਰਦਾ। ਫਿਰ ਉਹ ਆਪਣੀ ਮੈਂ ਮੇਰੀ ਦੀਆਂ ਗੱਲਾਂ ਨਹੀਂ ਚਲਾਉਂਦਾ, ਮੈਂ ਮੇਰੀ ਦੀਆਂ ਗੱਲਾਂ ਨਹੀਂ ਚਲਾਉਂਦਾ। ਉਹ ਤਾਂ ਉਸ ਵਿਸਮਾਦੀ ਹੁਕਮ ਦੇ ਵਿੱਚ ਰਸ ਮਾਣਦਾ ਹੈ, ਆਨੰਦ ਲੈਂਦਾ ਹੈ। ਆਪਣੇ ਮੂੰਹੋਂ ਕਦੀ ਡਿੰਗਾ ਨਹੀਂ ਜੇ ਮਾਰਦਾ, ਟੋਰਾ ਨਹੀਂ ਮਾਰਦਾ ਕਿ ਹੁਕਮ ਨੂੰ ਦੱਸ ਸਕਦਾ ਜਾਂ ਹੁਕਮ ਨੂੰ ਬਿਆਨ ਕਰ ਸਕਦਾ। ਜਿਹਨੂੰ ਹੁਕਮ ਸਮਝ ਵੀ ਆ ਗਈ, ਉਹਨੇ ਉਹਦੇ ਹੁਕਮ ਚੱਲਣਾ ਤਾਂ ਸਿੱਖਿਆ, ਪਰ ਹੁਕਮ ਦਾ ਬਿਆਨ ਨਹੀਂ ਕੀਤਾ, ਡੀਂਗ ਨਹੀਂ ਮਾਰੀ, ਆਕੜ ਨਹੀਂ ਕੀਤੀ ਵੀ ਮੈਨੂੰ ਆਉਂਦਾ ਹੈ। ਇਹਦਾ ਹੰਕਾਰ ਨਹੀਂ ਕਰਦਾ। ਇਸੇ ਗੱਲ ਦੀ ਉਹਨੂੰ ਹਉਮੈ ਨਹੀਂ ਆ ਜਾਂਦੀ, ਉਹਨੂੰ ਇਹ ਗੱਲ ਦੀ ਸਮਝ ਆ ਜਾਂਦੀ ਹੈ ਕਿ ਨਹੀਂ, ਇਹ ਅਗੰਮੀ ਹੁਕਮ ਜਰ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਹਰ ਵੇਲੇ ਉਹਦੇ ਭੈ ਵਿੱਚ ਰਹਿਣਾ, ਉਹਦੀ ਰਜ਼ਾ ਵਿੱਚ ਰਹਿਣਾ, ਇਹੋ ਹੀ ਹੁਕਮ ਦੀ ਕਾਰ ਕਮਾਉਣੀ ਹੈ, ਇਹੋ ਹੀ ਉਹਦੀ ਰਜ਼ਾ ਦਾ ਆਨੰਦ ਮਾਣਨਾ ਹੈ, ਇਹੋ ਹੀ ਉਹਦੇ परमेश्वर के दर से सुरखरू होने का ढंग है। तो इस हुक्म नूं जो लंबी परिभाषा है और सारे गुरु ग्रंथ साहब के अंदर भी हुक्म की बार 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 जी गल की गई है, ये हुक्म किवें पछाणीए, किवें समझिए, ये है अपनी सोच नूं उहदी सोच विच मिलाउणा, अपने सुभाअ नूं उहदे सुभाअ विच मिलाउणा। जिहड़े गुण मेरे मालिक दे हन, जिहड़े गुण मेरे परमेश्वर दे हन, जिहड़े गुण उस प्रीतम दे हन, जिन्हां दे नाल साडी कूड़ दी कंध टुट सकदी है, कूड़ दी पाल टुट सकदी है, उस पासे नूं तुरना, ना कि अपनी आकड़, अपनी होमे, अपने हंकार दे विच असीं तुरदे रहीए। इहदे नाल रब्बी गुणां दे साडी जिहड़ी पूंजी आ वो नाश हुंदी है। जिहड़े गुण सानूं बख्शे ने असीं वो पूंजी नूं भी खराब करदे हां। इस करके चाहीदा बड़ा स्पष्ट है कि ये
ਰੱਬੀ ਗੁਣਾਂ ਨੂੰ ਮੰਨ ਕੇ ਆਪਣੇ ਜੀਵਨ ਨੂੰ ਉਸ ਮੁਤਾਬਕ ਚਲਾਉਣਾ, ਜਿਸ ਮੁਤਾਬਕ ਸਾਡੀ ਖੇਡ ਜਿਹੜੀ ਹੈ ਜੀਵਨ ਦੀ ਸਫਲ ਹੋ ਸਕੇ। ਤੋ ਰੱਬ ਦਾ ਹੁਕਮ ਮੰਨਿਆ, ਉਹਦੇ ਸੁਭਾਅ ਵਿੱਚ ਆਪਣਾ ਸੁਭਾਅ ਰਲਾਇਆ। ਜਿਵੇਂ ਪੁੱਤਰ ਤੇ ਪਿਓ ਦਾ ਹੁਕਮ ਮੰਨਦਾ ਰਹੇ ਤਾਂ ਪੁੱਤਰ ਤੇ ਪਿਓ ਦੇ ਵਿੱਚ ਵਿੱਥ ਨਹੀਂ ਬਣਦੀ। ਜੇ ਪੁੱਤਰ ਪਿਓ ਦਾ ਹੁਕਮ ਨਾ ਮੰਨੇ ਤਾਂ ਫਿਰ ਦੋਨਾਂ 'ਚ ਵਿੱਥ ਖੜੀ ਹੋ ਜਾਂਦੀ ਹੈ। ਤੇ ਇਹ ਵਿੱਥ, ਇਹ ਹੁਕਮ ਜਿਹੜਾ ਹੈ ਮੰਨਣ ਦਾ ਢੰਗ, ਇਹ ਕੇਵਲ ਬਾਹਰਲੇ ਇਸ਼ਨਾਨ ਕੀਤਿਆਂ ਜਾਂ ਸੋਚਾਂ, ਪਵਿੱਤਰਤਾ ਦੀ ਗੱਲ ਕੀਤਿਆਂ ਜਾਂ ਵਰਤ ਰੱਖਿਆ ਜਾਂ ਮੌਨ ਧਾਰਨ ਕਰਨ ਨਾਲ ਜਾਂ ਹੋਰ ਜਿਹੜੇ ਕਰਮ ਦੱਸੇ ਸੀ ਆਪਣੇ ਪ੍ਰਾਣਾਯਾਮ ਨਾਲ ਆਪਣੀ ਉਮਰ ਲੰਬੀ ਕਰਨ ਦੇ ਨਾਲ ਇਹ ਵਿੱਥ ਨਹੀਂ ਜੇ ਮਿਟਣੀ। ਇਹ ਮਿਥਣ ਦਾ ਇੱਕੋ ਇੱਕ ਢੰਗ ਹੈ ਕਿ ਜਿਵੇਂ ਜਿਵੇਂ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਪਰਮਾਤਮਾ ਦੀ ਬੰਦਗੀ ਕਰਦਾ ਹੈ, ਤਿਵੇਂ ਤਿਵੇਂ ਉਹਨੂੰ ਉਹਦੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ ਹੈ। ਰਜ਼ਾ ਵਿੱਚ, ਹੁਕਮ ਵਿੱਚ ਤੁਰਨ ਲਈ ਜੀਵ ਨੇ ਪ੍ਰਭੂ ਦੇ ਜੀਵ ਨੇ ਆਪਣੀ ਸੁਰਤ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੋੜਨੀ ਹੈ। ਸੁਰਤ ਵੀ ਇੰਨੀ ਉਂਡੀ ਜੋੜਨੀ ਹੈ ਕਿ ਮਨ ਪ੍ਰਭੂ ਵਿੱਚ ਪਤੀਤ ਜਾਵੇ, ਇੰਨੀ ਤਰ੍ਹਾਂ ਜੋੜਨੀ ਹੈ। ਸਿਫਤ ਸਲਾਹ ਵਿੱਚੋਂ ਨਿਕਲਣ ਨੂੰ ਚੇਤੀ ਨਾ ਕਰੇ, ਹਰ ਵੇਲੇ ਉਹਦੀ ਵਡਿਆਈਆਂ ਉਹਦੇ ਵਿੱਚ ਜੁੜਿਆ ਰਵੇ। ਤੇ ਇਹਦਾ ਰਿਜ਼ਲਟ ਇਹ ਨਿਕਲੇਗਾ ਕਿ ਜੀਵ ਪਰਮਾਤਮਾ ਜਾਂ ਉਸ ਦੀ ਰਚਨਾ ਦਾ ਅੰਤ ਪਾ ਲਵੇ। ਇਹ ਨਹੀਂ, ਫਿਰ ਇਸ ਗੱਲਾਂ ਤੋਂ ਉੱਪਰ ਉੱਠ ਕੇ ਇਹ ਕਹਿੰਦਾ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੇਰੀ ਰਚਨਾ ਵੀ ਬੇਅੰਤ ਹੈ। ਸਿਫਤ ਸਲਾਹ ਵਿੱਚ ਜੋੜਨ ਦਾ ਇੱਕੋ ਇੱਕ ਸਿੱਟਾ ਨਿਕਲਦਾ ਹੈ ਕਿ ਉਹਦੀ ਰਜ਼ਾ ਵਿੱਚ ਸਾਡੇ ਰਹਿਣ ਦਾ ਸੁਭਾਅ ਪੱਕਾ ਹੋ ਜਾਏਗਾ। ਇਹੋ ਹੀ ਹੁਕਮ ਮੰਨਣਾ ਹੈ, ਇਹੋ ਹੀ ਹੁਕਮ ਰਜ਼ਾਈ ਚੱਲਣ ਦੀ ਗੱਲ ਕੀਤੀ ਹੈ। ਗੁਰੂ ਪਾਤਸ਼ਾਹ ਜੀ ਨੇ ਜੋ ਇਸ ਪੌੜੀ ਦੇ ਵਿੱਚ ਵਿਚਾਰ ਦਿੱਤੇ ਹਨ ਉਹ ਆਪ ਜੀ ਨਾਲ ਸਾਂਝੇ ਕੀਤੇ ਹਨ। ਜੀ ਹੋਈਆਂ ਭੁੱਲਾਂ ਦੀ ਖਿਮਾ। ਫਿਰ ਮੈਂ ਬੇਨਤੀ ਕਰਦਿਆਂ ਕਿ ਇਹ ਹੁਕਮ ਦੀ ਗੱਲ ਕਰਨੀ, ਸ਼ਬਦਾਂ 'ਚ ਬੰਨ੍ਹਣੀ ਮੇਰੇ ਵੱਸ ਦੀ ਬਾਤ ਨਹੀਂ ਹੈ ਜਾਂ ਆਮ ਮਨੁੱਖ ਦੇ ਵੱਸ ਦੀ ਬਾਤ ਨਹੀਂ ਹੈ। ਜਿੰਨਾ ਜਿੰਨਾ ਕਿਸੇ ਨੇ ਦਾ ਆਨੰਦ ਮਾਣਿਆ ਹੈ ਜਾਂ ਸਵਾਦ ਮਾਣਿਆ ਹੈ ਉਹ ਉਹਨਾਂ ਦੱਸ ਸਕਦਾ ਹੈ ਜੀ। ਹੋਰ ਵੀ ਵਿਚਾਰ ਇਹਦੇ ਬਾਰੇ ਹੋਣਗੀਆਂ, ਪਰ ਇਹਨਾਂ ਲੰਬੀਆਂ ਵਿਚਾਰਾਂ ਵਿੱਚੋਂ ਕਈ ਸਵਾਲ ਪੈਦਾ ਹੁੰਦੇ ਨੇ। ਪਰ ਨਿਰੰਕਾਰ ਸੱਚੇ ਪਾਤਸ਼ਾਹ ਦੇ ਦੇਸ਼ ਵਿੱਚ ਗੱਲਾਂ ਨਾਲ ਨਹੀਂ, ਅਮਲ ਨਾਲ ਜਾਇਆ ਜਾਂਦਾ ਹੈ। ਤੇ ਉਸ 'ਚ ਜਿਵੇਂ ਜਿਵੇਂ ਅਸੀਂ ਅਮਲ ਕਰਕੇ ਤੁਰੇ ਜਾਵਾਂਗੇ ਅਵਸਥਾ ਹੁਕਮ ਮੰਨਣ ਦੀ ਹੋ ਜਾਏਗੀ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਾਥ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।